दर्शन परसे गुरु कै जन्म मरण दुख जाए। होवै सिफत खसामदी नूर अरसों कुरसों चटिया। तुद डिठे सच्चे पातशाह मल जन्म जन्म दी कटिया। वाहिगुरु साहिब जीओ। एक मूर्ख अंधे मुगध गवार, एक सतगुर कै भै नाम आधार। साची बाणी मीठी अमृत धार, जिन पीती तिस मोख द्वार। एक मूर्ख अंधे मुगध गवार, एक सतगुर कै भै नाम आधार। साची बाणी मीठी अमृत धार, जिन पीती तिस मोख द्वार। नाम भै भाए हृदय वसाही, गुर करनी सच बाणी। इंद वरसै तरत सुहावी, घट घट जोत समाणी। कालर बीजस दुरमत ऐसी, निगुरे की निशानी। सतगुर बाजो घोर अंधारा, डूब मोए बिन पानी। जो किश कीनो सो प्रभु रजाए, जो तुर लिखिया सो मिटना न जाए। हुक्मे बाधा कार कमाए, एक शब्द राचै सच समाए। चौह दिस हुक्म वरतै प्रभ तेरा, चौह दिस नाम पतालं। सब मह शब्द वरतै प्रभ साचा, करम मिलै बयालं। जामन मरना दिसै सिर उभौ, खुध्या निंद्रा कालं। नानक नाम मिलै मन भावै, साची नदर रसालं। जामन मरना दिसै सिर उभौ, खुध्या निंद्रा कालं। नानक नाम मिलै मन भावै, साची नदर रसालं। वाहिगुरु जी का खालसा, वाहिगुरु जी की फतेह जी। गुरु प्यारी गुरु सवारी सतगुरु जी की साजी नवाजी साध संगत जीओ। वडभागे हाँ जो दीन दुनिया के मालक बादशाह दरवेश धन गुरु गोबिंद सिंह जी महाराज जी दे महान पावन पवित्र स्थान तख्त श्री केसगढ़ साहिब जी विखे अपनियां हाजरियां लवा रहे हाँ। सतगुरु जी की पावन अमृतमयी गुरबाणी की शब्द विचार कथा सरवण करन दा सुभाग समा सानू मिल रहा है। अज का जो पावन शब्द आपने सुनिया है, ये पवित्र शब्द गुरु ग्रंथ साहिब जी के 1275 अंग उत्ते सुभाएमान है। मलार राग के अंदर पहले पातशाह श्री गुरु नानक देव जी महाराज जी की अष्टपदी आप सरवण कर रहे हो। पहले घर के अंदर 3 अष्टपदियाँ, दूजे घर के अंदर 2 अष्टपदियाँ हैं। ये दूजे घर की पहली अष्टपदी के 4 बंद आप जी ने कल तक सुने ने। आओ अगे पहले पातशाह सतगुरु श्री गुरु नानक देव जी महाराज उन्हों की अमृतमयी पावन गुरबाणी की विचार नाल जुड़ते हाँ। गुरु जी की समझा रहे हैं। एक मूर्ख अंधे मुगध गवार, गुरु जी कहते हैं भाई गल तो यह है कि सतगुर बाझो समझ ना होवी, सब जग
ਦੱਬਿਆ ਛਾਪੈ ਕਰਨ ਪਲਾਵ ਕਰੈ ਬਿਲ ਲਾਤੋ ਬਿਨ ਗੁਰ ਨਾਮ ਨਾ ਜਾਪੈ। ਪਲ ਪੰਕਜ ਮਹਿ ਨਾਮ ਛਡਾਏ ਜੇ ਗੁਰ ਸ਼ਬਦ ਸੰਜਾਪੈ। ਜੇ ਤੇ ਗੁਰੂ ਵਾਲਾ ਹੋਵੇ ਫਿਰ ਤੇ ਗੁਰੂ ਨਾਮ ਦੀ ਦਾਤ ਦੇ ਦਏ ਅਤੇ ਨਾਮ ਦੀ ਬਰਕਤ ਦੇ ਨਾਲ ਜੀਵ ਇੱਕ ਅੱਖ ਝਪਕਣ ਦੇ ਸਮੇਂ ਜਿੰਨੇ ਦੇ ਵਿੱਚ ਹੀ ਛੁਟਕਾਰਾ ਪਾ ਲੈਂਦਾ ਹੈ, ਮਹਾਰਾਜ ਕਹਿੰਦੇ ਨੇ। ਪਰ ਸੰਸਾਰ ਵਿੱਚ ਸਾਰੇ ਲੋਕ ਐਸੇ ਨਹੀਂ ਹੁੰਦੇ ਕਿ ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੋ ਜਾਏ, ਪੂਰਨ ਗੁਰੂ ਮਿਲ ਜਾਏ। ਢੂੰਡਦੇ ਵੀ ਹੈ, ਲੱਭਦੇ ਵੀ ਹੈ, ਹੋ ਸਕਦਾ ਯਤਨ ਵੀ ਕੀਤਾ ਹੋਏ, ਪਰ ਨਹੀਂ ਮਿਲ ਪਾਉਂਦਾ। ਗੁਰੂ ਜੀ ਕਹਿੰਦੇ ਫਿਰ ਇੱਕ ਮੂਰਖ ਅੰਧੇ ਮੁਗਧ ਗਵਾਰ। ਜਿੰਨਾ ਸਮਾਂ ਗੁਰੂ ਨਹੀਂ ਮਿਲਦਾ ਉਤਨਾ ਸਮਾਂ ਫਿਰ ਮੂਰਖਤਾਈ ਬੰਦੇ 'ਚੋਂ ਜਾਂਦੀ ਨਹੀਂ। ਮੂਰਖ ਕੀ ਹੈ? ਮੂਰਖ ਦਾ ਲੱਛਣ ਬਾਣੀ ਵਿੱਚ ਆਉਂਦਾ ਹੈ। ਸਭ ਤੋਂ ਵੱਡਾ ਮੂਰਖ ਉਹ ਹੈ ਜਿਹੜਾ ਨਾਮ ਨੂੰ ਨਾ ਮੰਨੇ। ਬਾਣੀ 'ਚ ਲਿਖਿਆ ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਜਿਹੜਾ ਨਾਮ ਨੂੰ ਨਹੀਂ ਮੰਨਦਾ, ਜਾਣੀ ਮੰਨਣਾ ਕੀ ਆਪਣੇ ਜੀਵਨ ਵਿੱਚ ਢਾਲ ਲੈਣਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ। ਨਾਮ ਨੂੰ ਆਪਣੇ ਜੀਵਨ ਵਿੱਚ ਵਸਾ ਲੈਣਾ, ਨਾਮ ਆਪਣੇ ਜੀਵਨ ਦਾ ਆਧਾਰ ਬਣ ਜਾਣਾ, ਇਹੀ ਨਾਮ ਦਾ ਮੰਨਣਾ ਹੈ। ਪਰ ਕਹਿੰਦੇ ਨੇ ਇੱਕ ਮੂਰਖ ਹਨ ਨਾਮ ਤੋਂ ਟੁੱਟੇ ਹੋਏ। ਅੰਨੇ ਨੇ, ਸ਼ਾਸਤਰੀ ਗਿਆਨ ਉਹਨਾਂ ਕੋਲ ਨਹੀਂ ਹੈ। ਮੁਗਧ ਕੀ ਹੈ? ਉਹ ਆਪਣੇ ਨਿੱਜੀ ਆਤਮਿਕ ਗਿਆਨ ਤੋਂ ਭੁੱਲੇ ਹੋਏ ਹਨ। ਗਵਾਰ, ਉਹਨਾਂ ਦੇ ਅੰਦਰ ਕੋਈ ਵੈਰਾਗ ਨਹੀਂ, ਕੋਈ ਵਿਵੇਕ ਨਹੀਂ, ਮੂਰਖਤਾਈ ਵਾਲੀਆਂ ਉਹਨਾਂ ਦੇ ਅੰਦਰ ਗੱਲਾਂ ਹਨ। ਕੁਝ ਕਿਤੇ ਐਸੇ ਲੋਕ ਵੀ ਤੁਹਾਨੂੰ ਮਿਲਣਗੇ। ਇੱਕ ਸਤਿਗੁਰ ਕੈ ਭੈ ਨਾਮ ਆਧਾਰ। ਪਰ ਕੀ ਅਸੀਂ ਸਾਰਾ ਦਿਨ ਮੂਰਖਾਂ ਨਾਲ ਟੱਕਰਾਂ ਮਾਰੀ ਜਾਣੀਆਂ? ਉਹਨਾਂ ਨਾਲ ਝਗੜੇ ਫਿਤਨੇ ਫਸਾਦ ਖੜ੍ਹੇ ਕਰੀ ਜਾਣੇ ਹਨ? ਜਿਹੜੇ ਗੁਰੂ ਦੇ ਗਿਆਨ ਤੋਂ ਮੁਨਕਰ ਹਨ, ਮੂਰਖ ਹੋਏ ਹਨ, ਅੰਨੇ ਹਨ, ਅਗਿਆਨੀ ਹਨ, ਮੁਗਧ ਹਨ, ਗਵਾਰ ਹਨ? ਨਹੀਂ। ਇਸ ਸੰਸਾਰ ਦੇ ਅੰਦਰ ਇਸ ਦਰਖਤ ਨੂੰ ਫਲ ਲੱਗੇ ਆ, ਕੌੜਾ ਵੀ ਲੱਗਿਆ, ਮਿੱਠਾ ਵੀ ਲੱਗਿਆ। ਅਸੀਂ ਜਦੋਂ ਕੋਈ ਫਲ ਖਾਂਦੇ ਹਾਂ ਦਰਖਤ ਤੋਂ ਤਾਂ ਕਮ ਸੇ ਕਮ ਇੰਨੀ ਕੁ ਜਾਂਚ ਕਰਦੇ ਹਾਂ ਕਿ ਇਹ ਮਿੱਠਾ ਫਲ ਹੈ। ਜਿਹੜਾ ਮਿੱਠਾ ਫਲ ਹੁੰਦਾ ਉਹਨੂੰ ਵਰਤੀਦਾ। ਇਸੇ ਤਰ੍ਹਾਂ ਹੀ ਸੰਸਾਰ ਦੇ ਅੰਦਰ ਫਲ ਅੰਮ੍ਰਿਤ, ਫਲ ਵਿਸ਼। ਫਲ ਅੰਮ੍ਰਿਤ ਦਾ ਵੀ ਹੈ ਔਰ ਵਿਸ਼ ਦਾ ਵੀ ਹੈ, ਜ਼ਹਿਰ ਦਾ ਵੀ ਹੈ। ਜਿਹੜੀ ਕੁਸੰਗਤ ਵੀ ਇੱਥੇ ਹੈ, ਜੋ ਜਿੰਨੀ ਮਰਜ਼ੀ ਕਰ ਲਓ, ਪਰ ਐਸਾ ਨਹੀਂ ਕਿ ਇਕੱਲੀ ਕੁਸੰਗਤ ਹੈ। ਇੱਥੇ ਸਾਧ ਸੰਗਤ ਰੂਪੀ ਅੰਮ੍ਰਿਤ ਦਾ ਫਲ ਵੀ ਹੈ। ਐਸਾ ਨਹੀਂ ਕਿ ਇੱਥੇ ਮਾੜੀਆਂ ਹੀ ਚੀਜ਼ਾਂ ਨੇ। ਅਗਰ ਇੱਥੇ ਗੁਰੂ ਦੀ ਬਾਣੀ ਨਾਲ ਜੁੜ ਜਾਓ, ਤੁਰਕੀ ਬਾਣੀ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਓ, ਅਤੇ ਫਿਰ ਇੱਥੇ ਅੰਮ੍ਰਿਤ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਅਤੇ ਫਿਰ ਉਹਨਾਂ ਦਾ ਜ਼ਿਕਰ ਗੁਰੂ ਜੀ ਪਹਿਲੀ ਪੰਕਤੀ 'ਚ ਉਹਨਾਂ ਦਾ ਕਰ ਰਹੇ ਮੂਰਖਾਂ ਦਾ। ਕਹਿੰਦੇ ਇੱਕ ਮੂਰਖ ਅੰਧੇ ਮੁਗਧ ਗਵਾਰ। ਨਾਲ ਇਹ ਵੀ ਕਹਿ ਦਿੱਤਾ ਇੱਕ ਸਤਿਗੁਰ ਕੈ ਭੈ ਨਾਮ ਆਧਾਰ। ਪਰ ਕਈ ਕੁ ਐਸੇ ਵੀ ਹਨ ਜਿਨ੍ਹਾਂ ਨੂੰ ਸਤਿਗੁਰੂ ਦਾ ਭੈ ਹੈ, ਸਤਿਗੁਰੂ ਦਾ ਡਰ ਹੈ, ਸਤਿਗੁਰੂ ਦਾ ਨਿਰਮਲ ਡਰ ਹੈ, ਨਿਰਮਲ ਭਾਉ ਪ੍ਰੇਮ ਹੈ। ਸਤਿਗੁਰ ਕੈ ਭੈ ਨਾਮ ਆਧਾਰ। ਉਹ ਨਾਮ ਦੇ ਆਸਰੇ ਉਹਨਾਂ ਦਾ ਜੀਵਨ ਲੰਘਦਾ ਹੈ। ਜੋ ਗੁਰੂ ਨੇ ਆਖਿਆ, ਗੁਰੂ ਦਾ ਭੈ, ਗੁਰੂ ਦਾ ਡਰ। ਜਿਵੇਂ ਇੱਕ ਟੀਚਰ ਦਾ ਡਰ ਹੁੰਦਾ ਬੱਚੇ ਨੂੰ, ਡਰਾਉਣ ਵਾਸਤੇ ਨਹੀਂ ਉਹਨੂੰ ਝਿੜਕਦਾ ਜਾਂ ਡਾਂਟਦਾ, ਉਹ ਉਸ ਨੂੰ ਝਿੜਕਦਾ ਵੀ ਇਸ ਲਈ ਹੈ ਕਿ ਇਹਨੂੰ ਕੋਈ ਸੋਝੀ ਆ ਜਾਏ। ਗੁਰੂ ਵੀ ਗੁਰਸਿੱਖ ਨੂੰ ਇਸ ਤਰੀਕੇ ਦੇ ਨਾਲ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗ ਹੈ।
ਜੇ ਕਿਤੇ ਝਿੜਕਦਾ ਵੀ ਹੈ ਉਹਨੂੰ ਕਹਿੰਦਾ ਵੀ ਹੈ ਦੇਖੋ ਇੱਦਾਂ ਨਾ ਕਰ। ਸਿੱਖ ਵੀ ਅੱਗੇ ਭੈ ਵਾਲਾ ਹੋਣਾ ਚਾਹੀਦਾ, ਭਾਵਨੀ ਵਾਲਾ ਹੋਣਾ ਚਾਹੀਦਾ। ਗੁਰੂ ਜੀ ਕਹਿੰਦੇ ਇੱਕ ਸਤਿਗੁਰ ਕੈ ਭੈ ਨਾਮ ਆਧਾਰ। ਕਈਆਂ ਨੂੰ ਗੁਰੂ ਦੇ ਭੈ ਵਿੱਚ ਰਹਿ ਕੇ ਨਾਮ ਦਾ ਆਧਾਰ ਆਸਰਾ ਮਿਲ ਜਾਂਦਾ ਹੈ, ਅਤੇ ਕਈ ਮੂਰਖ ਅੰਨੇ ਅਗਿਆਨੀ ਤੁਰੇ ਫਿਰਦੇ ਆ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਸਤਿਗੁਰੂ ਦੇ ਚਰਨੀ ਲੱਗ ਜਾਂਦੇ, ਨਾਮ ਦਾ ਆਸਰਾ ਲੈ ਲੈਂਦੇ, ਉਹ ਫਿਰ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਉਹ ਰੱਬੀ ਸਿਫਤ ਸਲਾਹ ਦੀ ਜਿਹੜੀ ਸੱਚੀ ਬਾਣੀ ਹੈ, ਮਿੱਠੀ ਹੈ, ਜਿਹਦੇ ਵਿੱਚ ਅੰਮ੍ਰਿਤ ਦੀਆਂ ਧਾਰਾਂ ਨੇ, ਅੰਮ੍ਰਿਤ ਦੀਆਂ ਘੁੱਟਾਂ ਨੇ, ਉਹਦੇ ਨਾਲ ਜੁੜ ਜਾਂਦੇ ਆ। ਧੁਰਕੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓਂਕਾਰ ਤੋਂ ਆਰੰਭ ਕਰ ਲਓ, ਸੰਪੂਰਨਤਾ ਤੱਕ ਅੰਮ੍ਰਿਤ ਹੀ ਅੰਮ੍ਰਿਤ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੋਂ ਮਰਜ਼ੀ ਪੜ੍ਹ ਲਓ, ਕੋਈ ਇੱਕ ਵੀ ਸ਼ਬਦ, ਇੱਕ ਵੀ ਹੁਕਮਨਾਮਾ ਐਸਾ ਨਹੀਂ ਮਿਲੇਗਾ ਜਿਹਦੇ ਵਿੱਚ ਸ਼ੁਭ ਸਿੱਖਿਆ ਨਾ ਮਿਲੇ, ਜਿਹਦੇ ਵਿੱਚ ਪਰਮਾਤਮਾ ਦੇ ਨਾਮ ਦੀ ਗੱਲ ਨਾ ਹੋਏ। ਹਾਂ ਹੋਰ ਵੀ ਧਾਰਮਿਕ ਗ੍ਰੰਥ ਦੁਨੀਆ ਵਿੱਚ ਸਤਿਕਾਰ ਵਾਲੇ ਹਨ, ਸਾਨੂੰ ਸਤਿਕਾਰ ਕਰਨਾ ਚਾਹੀਦਾ ਸਭ ਦਾ ਹੀ, ਪਰ ਉਹਨਾਂ ਗ੍ਰੰਥਾਂ 'ਚ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਲੱਭਣਾ ਪਏਗਾ ਵੀ ਇੱਥੇ ਰੱਬ ਦਾ ਨਾਮ ਹੈ, ਇੱਥੇ ਇਹ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਰੀ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਹੈ, ਇਹਦੇ ਵਿੱਚ ਤਾਂ ਹੀ ਇਹਨੂੰ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਆਖਿਆ। ਇਹਦੇ ਵਿੱਚ ਮਿਠਾਸ ਹੈ ਜੀਵਨ ਦੀ, ਰਸ ਹੈ ਜੀਵਨ ਦਾ। ਅੰਮ੍ਰਿਤ ਦੀਆਂ ਧਾਰਾਂ, ਅੰਮ੍ਰਿਤ ਨਾਮ ਹੈ ਵਾਹਿਗੁਰੂ ਦਾ। ਮਹਾਰਾਜ ਕਹਿੰਦੇ ਅੰਮ੍ਰਿਤ ਦੀਆਂ ਧਾਰਾਂ ਸੱਚੀ ਬਾਣੀ 'ਚੋਂ ਚੋ ਪੈਂਦੀਆਂ ਨੇ। ਭਾਈ ਗੁਰਮੁਖ ਜਨ ਸੱਚੀ ਬਾਣੀ ਨਾਲ ਜੁੜਦੇ ਹਨ। ਜਿਨ ਪੀਤੀ ਤਿਸ ਮੋਖ ਦੁਆਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਮ੍ਰਿਤ ਦੀਆਂ ਧਾਰਾਂ ਤੇ ਪੈ ਰਹੀਆਂ ਨੇ, ਪਰ ਨਾਲੇ ਵੀ ਕਹਿ ਦਿੱਤਾ ਜਿਨ ਪੀਤੀ ਤਿਸ ਮੋਖ ਦੁਆਰ। ਜਿਹਨੇ ਪੀਤੀ ਅੰਮ੍ਰਿਤ ਬਾਣੀ 'ਚੋਂ ਉਹ ਅੰਮ੍ਰਿਤ ਧਾਰ, ਫਿਰ ਤਿਸ ਮੋਖ ਦੁਆਰ, ਗੁਰੂ ਜੀ ਕਹਿੰਦੇ ਉਹਨੂੰ ਮੁਕਤੀ ਦਾ ਦੁਆਰ, ਦਰਵਾਜ਼ਾ ਲੱਭ ਪੈਂਦਾ ਹੈ। ਮੁਕਤੀ ਦੀ ਗੱਲ ਤਾਂ ਸਾਰੇ ਹੀ ਕਰਦੇ ਆ। 6 ਸ਼ਾਸਤਰ ਹੈ, 6 ਦੇ 6 ਮੁਕਤੀ ਦੀ ਗੱਲ ਕਰਦੇ ਆ ਆਪਣੇ ਤਰੀਕੇ ਨਾਲ। 4 ਵੇਦ ਹੈ, 18 ਪੁਰਾਣ ਹੈ, ਸਿਮਰਤੀਆਂ ਹਨ, ਉਪਨਿਸ਼ਦਾਂ ਹਨ, ਸਭ ਆਪੋ ਆਪਣੇ ਅਨੁਸਾਰੀ ਮੁਕਤੀ ਦੀ ਗੱਲ ਕਰਦੀਆਂ ਹਨ। ਪਰ ਮਹਾਰਾਜ ਹੁਣ ਆਪਾਂ ਆਖੀਏ ਕਿ ਉੱਧਰੋਂ ਹੀ ਮੁਕਤੀ ਲੱਭਣੀ ਪਊ। ਮਹਾਰਾਜ ਕਹਿੰਦੇ ਨਹੀਂ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਜਿਹੜੀ ਸੱਚੀ ਬਾਣੀ, ਧੁਰ ਦੀ ਬਾਣੀ, ਅੰਮ੍ਰਿਤਮਈ ਬਾਣੀ ਹੈ, ਕਹਿੰਦੇ ਜਿਹੜਾ ਗੁਰਸਿੱਖ ਇਹਨੂੰ ਜਿਹੜੀ ਪੀਤੀ ਹਿਰਦੇ ਵਿੱਚ ਵਸਾਏਗਾ, ਉਹ ਅੰਮ੍ਰਿਤ ਧਾਰ ਜੋ ਬਾਣੀ 'ਚੋਂ ਨਿਕਲਦੀ, ਉਹ ਕੀ ਹੈ? ਸ਼ੁਭ ਸਿੱਖਿਆ, ਸ਼ੁਭ ਗਿਆਨ ਗੁਰੂ ਦਾ, ਜੋ ਗੁਰ ਦੱਸੈ ਵਾਟ। ਉਹ ਮਾਰਗ 'ਤੇ ਜਦੋਂ ਚੱਲਦਾ ਤਾਂ ਸਮਝੋ ਅੰਮ੍ਰਿਤ ਪੀ ਰਹੇ ਤੁਸੀਂ। ਤਿਸ ਮੋਖ ਦੁਆਰ, ਮਹਾਰਾਜ ਕਹਿੰਦੇ ਉਹਨੂੰ ਮੁਕਤੀ ਦਾ ਦਰਵਾਜ਼ਾ ਲੱਭ ਜਾਏਗਾ। ਭਾਈ ਮੁਕਤੀ ਦੀ ਗੱਲ ਸਾਰੀ ਕਰਦੇ, ਪਰ ਕੀ ਸਾਰੇ ਮੁਕਤ ਹੋ ਗਏ? ਮਹਾਰਾਜ ਕਹਿੰਦੇ ਭਾਈ ਮੋਖ ਦੁਆਰ, ਮੁਕਤੀ ਦਾ ਦਰ, ਦਰਵਾਜ਼ਾ ਉਹਨੂੰ ਲੱਭਦਾ ਹੈ ਜਿਹੜਾ ਅੰਮ੍ਰਿਤ ਬਾਣੀ ਦੀਆਂ ਘੁੱਟਾਂ ਭਰਦਾ ਹੈ, ਜਾਣੀ ਅੰਮ੍ਰਿਤਮਈ ਪਾਵਨ ਬਾਣੀ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ। ਇਉਂ ਗੁਰੂ ਨਾਨਕ ਦੇਵ ਜੀ ਕਹਿ ਰਹੇ, ਨਾਮ ਭੈ ਪਾਏ ਹਿਰਦੈ ਵਸਾਹੀ। ਨਾਮ ਭੈ ਪਾਏ ਹਿਰਦੈ ਵਸਾਹੀ। 3 ਚੀਜ਼ਾਂ ਮਹਾਰਾਜ ਕਹਿੰਦੇ, ਇੱਕ ਨਾਮ, ਇੱਕ ਗੁਰੂ ਦਾ ਡਰ ਭੈ, ਨਾਲ ਭਾਏ ਸ਼ਬਦ ਵਰਤਦਾ। 2 ਸ਼ਬਦ ਹੈ ਇੱਥੇ, ਇੱਕ ਭੈ ਤੇ ਇੱਕ ਭਾਏ। ਉਹ ਤਾਂ ਦੋਵੇਂ ਸ਼ਬਦ ਇਕੱਠੇ ਵਰਤਦੇ ਦਿੱਤੇ ਆ ਵੀ ਇਹ ਵੀ ਹੋਣੀਆਂ ਚਾਹੀਦੀਆਂ। ਇੱਕ ਭਾਵਨਾ, ਇੱਕ ਡਰ।
ਕਈ ਬੰਦੇ ਭੈ ਦਾ ਅਰਥ ਭਾਵਨਾ ਕਰ ਜਾਂਦੇ ਆ, ਤਾਂ ਕਰਕੇ ਇੱਥੇ ਦੋਵੇਂ ਹੀ ਸ਼ਬਦ ਆ ਗਏ ਕਿ ਕੋਈ ਬੰਦਾ ਇਹ ਭੁਲੇਖੇ 'ਚ ਨਾ ਰਹਿ ਜੇ ਵੀ ਇਕੱਲੀ ਭਾਵਨਾ ਹੀ ਚਾਹੀਦੀ ਹੈ, ਗੁਰੂ ਦਾ ਡਰ ਨਹੀਂ ਹੋਣਾ ਚਾਹੀਦਾ। ਹਾਂ, ਇਹ ਦੁਨਿਆਵੀ ਡਰ ਨਹੀਂ, ਜਿਵੇਂ ਇੱਕ ਛੋਟਾ ਬੰਦਾ ਵੱਡੇ ਨੂੰ ਡਰਾਉਂਦਾ, ਇਹ ਡਰ ਨਹੀਂ ਹੈ। ਇਹ ਜਿਹੜਾ ਗੁਰਸਿੱਖ ਦਾ ਔਰ ਗੁਰੂ ਦਾ ਡਰ ਹੈ, ਇਹ ਬੜਾ ਪਵਿੱਤਰ ਭਾਵ ਹੈ, ਬੜਾ ਪਵਿੱਤਰ, ਬਹੁਤ ਜ਼ਿਆਦਾ ਪਵਿੱਤਰ ਭੈ ਹੈ ਗੁਰੂ ਦਾ। ਮਹਾਰਾਜ ਕਹਿੰਦੇ ਹਨ, ਨਾਮ ਭੈ ਭਾਏ ਹਿਰਦੈ ਵਸਾਹੀ। ਜਿਹੜੇ ਇਨਸਾਨ ਆਪਣੇ ਹਿਰਦੈ ਵਸਾਹੇ, ਹੁਣ ਹਿਰਦਾ ਅਤੇ ਹਿਰਦੇ ਨੂੰ ਕਹਿੰਦੇ, ਮਹਾਰਾਜ ਕਹਿੰਦੇ ਹਿਰਦੈ ਵਸਾਹੀ, ਹਿਰਦੇ ਵਿੱਚ ਜਿਹੜੇ ਵਸਾਉਂਦੇ ਨੇ, ਇੱਕ ਤਾਂ ਨਾਮ ਪਰਮਾਤਮਾ ਦਾ, ਵਾਹਿਗੁਰੂ ਦਾ, ਅਤੇ ਫਿਰ ਕਹਿੰਦੇ ਭੈ ਭਾਏ, ਇੱਕ ਪਰਮਾਤਮਾ ਦਾ ਭੈ, ਡਰ, ਅਤੇ ਨਾਲ ਭਾਏ ਭਾਵਨਾ, ਪ੍ਰੇਮ, ਤਿੰਨ ਚੀਜ਼ਾਂ ਹੋ ਗਈਆਂ। ਹਿਰਦੈ ਵਸਾਹੀ, ਇਹ ਹਿਰਦੇ 'ਚ ਵਸਾਉਣੀਆਂ ਨੇ, ਹਿਰਦੇ ਦੇ ਵਿੱਚ ਪ੍ਰਗਟ ਕਰਨੀਆਂ, ਵਸ ਜਾਣ, ਇਹ ਗੱਲ ਦਾ ਪਤਾ ਲੱਗੇ। ਅਤੇ ਨਾਲ ਮਹਾਰਾਜ ਕਹਿੰਦੇ ਗੁਰ ਕਰਨੀ ਸੱਚ ਬਾਣੀ, ਜੋ ਗੁਰੂ ਸਾਹਿਬ ਕਹਿੰਦੇ ਆ ਉਸ ਅਨੁਸਾਰ ਕਰਨੀ, ਆਪਣੀ ਜੀਵਨ ਦੀ ਕਿਰਿਆ ਉੱਦਾਂ ਦੀ ਹੋਣੀ ਚਾਹੀਦੀ ਆ। ਇਹ ਨਹੀਂ ਕਿ ਗੁਰੂ ਕੇ ਸਿੱਖ ਦਾ ਜੀਵਨ ਗੁਰੂ ਕੀ ਬਾਣੀ ਤੋਂ ਬਾਹਰਾ ਹੋਵੇ, ਫਿਰ ਉਹ ਚੰਗੀ ਗੱਲ ਨਹੀਂ। ਜਿਵੇਂ ਗੁਰਬਾਣੀ ਨੇ ਦੱਸਿਆ, ਗੁਰੂ ਕਾ ਸਿੱਖ ਉਸੇ ਤਰੀਕੇ ਆਪਣਾ ਜੀਵਨ ਜਿਉਵੇ, ਜੋ ਗੁਰਬਾਣੀ ਨੇ ਆਖਿਆ ਉਸ ਅਨੁਸਾਰ ਗੁਰਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਸੱਚ ਬਾਣੀ, ਜੋ ਸੱਚੀ ਬਾਣੀ ਕਹਿੰਦੀ ਹੈ, ਗੁਰ ਕਰਨੀ ਸੱਚ ਬਾਣੀ। ਸੱਚੀ ਬਾਣੀ ਉਹ ਹੈ ਜੋ ਗੁਰੂ ਦੀ ਕਰਨੀ ਸੀ, ਜੋ ਗੁਰੂ ਨੇ ਕੀਤਾ ਸੱਚੀ ਬਾਣੀ 'ਚ, ਉਹ ਸਭ ਕੁਝ ਹੈ। ਅਤੇ ਗੁਰੂ ਕਹਿ ਸਿੱਖਾ, ਤੈਨੂੰ ਵੀ ਉਹ ਕਰਨਾ ਚਾਹੀਦੀ ਕਰਨੀ ਜੋ ਸੱਚੀ ਬਾਣੀ ਕਹਿੰਦੀ ਹੈ। ਇੰਦ ਵਰਸੈ ਧਰਤ ਸੁਹਾਵੀ, ਘਾਟ ਘਟ ਜੋਤ ਸਮਾਣੀ। ਕਹਿੰਦੇ ਜਦੋਂ ਤੂੰ ਆ ਤਿੰਨ ਕੰਮ ਕਰ ਲਏਗਾ, ਨਾਮ, ਗੁਰੂ ਦਾ ਭੈ, ਗੁਰੂ ਦੀ ਭਾਵਨਾ ਹਿਰਦੇ 'ਚ ਵਸਾ ਲਈ, ਗੁਰੂ ਅਨੁਸਾਰੀ ਚੱਲਣ ਲੱਗ ਪਿਆ, ਫਿਰ ਕੀ ਹੁੰਦਾ? ਇੰਦ ਵਰਸੈ ਧਰਤ ਸੁਹਾਵੀ। ਕਹਿੰਦੇ ਜਿਵੇਂ ਸੁੱਕੀ ਪਈ ਧਰਤੀ ਦੇ ਉੱਤੇ ਮੀਂਹ ਵਰਸਦਾ ਹੈ, ਅਤੇ ਫਿਰ ਉਹ ਧਰਤੀ ਹਰੀ ਭਰੀ ਹੋ ਉੱਠਦੀ ਹੈ ਨਾ, ਇਸ ਤਰੀਕੇ ਗੁਰੂ ਕਿਆ ਪਿਆਰਿਆ, ਗੁਰੂ ਕਿਆ ਸਿੱਖਾ, ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਗੁਰੂ ਰੂਪੀ ਬਖਸ਼ਿਸ਼ ਦਾ ਬੱਦਲ ਚੜ੍ਹ ਕੇ ਆਏਗਾ। ਫਿਰ ਇੰਦ ਵਰਸੈ ਧਰਤ ਸੁਹਾਵੀ, ਫਿਰ ਮੀਂਹ ਵਰਸਦਾ ਹੈ। ਜਿਵੇਂ ਇੰਦਰ ਦੇਵਤਾ ਬੱਦਲ ਮੀਂਹ ਦਾ ਮੰਨਿਆ, ਕਹਿੰਦੇ ਜਿਵੇਂ ਇੰਦ ਵਰਸੈ ਧਰਤ ਸੁਹਾਵੀ, ਮੀਂਹ ਪੈਂਦੇ ਨਾਲ ਧਰਤੀ ਹਰੀ ਭਰੀ ਹੋ ਉੱਠਦੀ ਹੈ। ਪਰ ਜਦੋਂ ਗੁਰੂ ਕਾ ਸਿੱਖ ਨਾਮ ਭੈ ਭਾਵਨਾ ਹਿਰਦੇ 'ਚ ਵਸਾਉਂਦਾ ਹੈ, ਆਪਣੀ ਕਰਨੀ ਗੁਰਬਾਣੀ ਅਨੁਸਾਰ ਕਰਦਾ ਹੈ, ਫਿਰ ਗੁਰੂ ਰੂਪੀ ਬੱਦਲ ਵਰਸੈ ਜਣੀ ਵਰਸਦਾ ਹੈ। ਧਰਤ ਸੁਹਾਵੀ, ਫਿਰ ਗੁਰੂ ਕੇ ਸਿੱਖ ਦਾ ਹਿਰਦਾ ਅੰਤਹਿਕਰਨ ਸ਼ੋਭਾ ਵਾਲਾ ਹੋ ਜਾਂਦਾ ਹੈ। ਉਹਦੇ ਉੱਤੇ ਜਦੋਂ ਬਖਸ਼ਿਸ਼ ਦਾ ਮੀਂਹ ਪੈਂਦਾ ਹੈ ਅਤੇ ਹਿਰਦਾ ਗੁਰਸਿੱਖ ਦਾ ਖਿੜ ਉੱਠਦਾ ਹੈ। ਘਾਟ ਘਟ ਜੋਤ ਸਮਾਣੀ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਫਿਰ ਘਟਾਂ ਘਟਾਂ ਵਿੱਚ, ਹਰੇਕ ਹਿਰਦੇ ਵਿੱਚ, ਹਰੇਕ ਦਿਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਸਮਾਈ ਹੋਈ ਉਸ ਗੁਰਸਿੱਖ ਨੂੰ ਦਿਸ ਪੈਂਦੀ ਹੈ ਤਾਂ ਸਾਰਿਆਂ ਦੇ ਅੰਦਰ, ਪਰ ਹਰ ਕਿਸੇ ਨੂੰ ਉਹ ਪ੍ਰਗਟ ਨਹੀਂ ਹੁੰਦੀ, ਪ੍ਰਤੱਖ ਨਹੀਂ ਹੁੰਦੀ। ਕਈ ਸਾਰੀਆਂ ਚੀਜ਼ਾਂ ਨੇ, ਕੋਈ ਚੀਜ਼ ਕੰਧ ਦੇ ਓਹਲੇ ਪਈ ਹੋਵੇ ਸਾਨੂੰ ਨਹੀਂ ਦਿਸਦੀ, ਕੋਈ ਅੱਖਾਂ ਤੋਂ ਦੂਰ ਹੋਵੇ ਨਹੀਂ ਦਿਸਦੀ, ਕੋਈ ਚੀਜ਼ ਅੱਖਾਂ ਦੇ ਜ਼ਿਆਦਾ ਨੇੜੇ ਹੋਵੇ, ਜਿਵੇਂ ਅੱਖਾਂ ਦਾ ਕਜਲਾ ਸੁਰਮਾ ਨਹੀਂ ਦਿਸਦਾ। ਇਹ ਗੱਲ ਪੰਡਿਤ ਕਰਤਾਰ ਸਿੰਘ ਦਾਖਾ ਨੇ ਗੁਰਗਿਆਨ ਪਦਾਰਥ ਨਿਰਣੈ ਇੱਕ ਗ੍ਰੰਥ ਹੈ, ਉਹਦੇ ਵਿੱਚ ਬੜਾ ਖੋਲ੍ਹ ਕੇ ਲਿਖਿਆ ਉਹਨਾਂ। ਸ਼ੰਕਿਆਂ ਦੀ ਨਿਵਰਤੀ ਦੇ ਲਈ ਉਹਨਾਂ ਬਹੁਤ ਕਮਾਲ ਦਾ ਗ੍ਰੰਥ ਲਿਖਿਆ। ਮਿਲਦਾ ਘੱਟ ਹੈ ਪਰ ਮਿਲ ਜਾਂਦਾ ਹੈ। ਬੜੇ ਵਿਦਵਾਨ ਸਨ, ਸਾਹਿਤਿਆਚਾਰੀਆ ਔਰ ਦਰਸ਼ਨਾਚਾਰੀਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ
ਅੰਮ੍ਰਿਤਸਰ ਸਾਹਿਬ ਦੇ ਪ੍ਰੋਫੈਸਰ ਰਹੇ, ਬੜੇ ਵਿਦਵਾਨ ਸਨ। ਉਹਨਾਂ ਫਿਰ ਕਈ ਸਾਰੀਆਂ ਕਿਤਾਬਾਂ ਲਿਖੀਆਂ ਔਰ ਜਦੋਂ ਲਿਖਦੇ ਸਨ ਬਾਕਮਾਲ ਲਿਖਦੇ ਸਨ। ਤਾਂ ਉਹ ਇਸ ਤਰ੍ਹਾਂ ਦੇ ਉਹ ਉਦਾਹਰਨਾਂ ਦਿੰਦੇ ਆ, ਪ੍ਰੋਕਸ਼ ਪ੍ਰੋਕਸ਼ ਦੀ ਗੱਲ ਕਰਦੇ ਹੋਏ। ਕਹਿੰਦੇ ਕੰਧ ਦੇ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਚੀਜ਼ ਸਾਨੂੰ ਦਿਖਦੀ ਆ ਉਹੀ ਮੰਨਣੀ ਪੈਂਦੀ ਹੈ। ਕਈ ਚੀਜ਼ਾਂ ਦਿਖਦੀਆਂ ਵੀ ਨਹੀਂ, ਮਨ ਦਿਖਦਾ ਨਹੀਂ, ਮਨ ਦੇ ਸੰਕਲਪ ਦਿਖਦੇ ਨਹੀਂ, ਮਨ ਦੇ ਵਿਚਾਰ ਦਿਖਦੇ ਨਹੀਂ। ਕੰਧ ਦੇ ਪਿੱਛੇ ਪਈ ਕੋਈ ਚੀਜ਼ ਨਹੀਂ ਨਜ਼ਰ ਪੈਂਦੀ, ਕੰਧ ਦਿਖਦੀ ਹੈ। ਕੋਈ ਚੀਜ਼ ਦੂਰ ਹੋਵੇ ਉਹ ਨਜ਼ਰੀ ਨਹੀਂ ਪੈਂਦੀ, ਕੋਈ ਚੀਜ਼ ਬਹੁਤੀ ਨੇੜੇ ਅੱਖਾਂ ਦੇ ਵਿੱਚ ਸੁਰਮਾ ਕਿਹੜਾ ਦਿਸਦਾ ਸਾਨੂੰ। ਇਸੇ ਤਰੀਕੇ ਆਤਮਾ ਉਹ ਵਾਹਿਗੁਰੂ ਦੀ ਜੋਤ ਹੈ ਤਾਂ ਸਾਡੇ ਅੰਦਰ ਸਮਾਈ ਹੋਈ, ਪਰ ਗੱਲ ਇੰਨੀ ਕਿ ਵੀ ਸਾਨੂੰ ਪ੍ਰਗਟ ਨਹੀਂ ਹੋਈ, ਪ੍ਰਤੱਖ ਨਹੀਂ ਹੋਈ ਹੈ। ਪਰ ਮਹਾਰਾਜ ਕਹਿੰਦੇ ਇੰਦ ਵਰਸੈ ਧਰਤ ਸੁਹਾਵੀ, ਜਦੋਂ ਗੁਰੂ ਰੂਪੀ ਇੰਦਰ ਵਰਸਦਾ ਹੈ ਸਾਡੇ ਲਈ, ਸਾਡਾ ਗੁਰੂ ਹੀ ਸਭ ਤੋਂ ਵੱਡਾ ਦੇਵਤਾ ਹੈ। ਅਸੀਂ ਕਿਸੇ ਹੋਰ ਦੇਵਤੇ ਦਾ ਨਿਰਾਦਰ ਵੀ ਨਹੀਂ ਕਰਦੇ। ਕੋਈ ਪੂਜਦਾ ਹੈ, ਹਿੰਦੂ ਵੀਰ ਸਤਿਕਾਰ ਕਰਦੇ, ਸਾਨੂੰ ਕੋਈ ਅਧਿਕਾਰ ਨਹੀਂ ਅਸੀਂ ਉਹਨਾਂ ਨੂੰ ਮਾੜਾ ਕਹੀਏ। ਪਰ ਸਿੱਖ ਦੀ ਆਸਥਾ ਕੇਵਲ ਤੋਂ ਕੇਵਲ ਆਪਣੇ ਗੁਰੂ 'ਤੇ ਹੋਣੀ ਚਾਹੀਦੀ ਹੈ। ਬਸ ਗੱਲ ਇੰਨੀ ਕੁ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਕ ਵਾਰ ਬਹਾਦਰ ਸ਼ਾਹ ਬਾਦਸ਼ਾਹ ਦੇ ਕੋਲ ਖੜ੍ਹੇ, ਇੱਕ ਮੌਲਵੀ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੌਲਵੀ ਸੀ, ਬੜਾ ਪੜ੍ਹਿਆ ਲਿਖਿਆ, ਚੰਗੇ ਅਹੁਦੇ ਵਾਲਾ ਸੀ। ਕਹਿੰਦਾ ਜੀ ਤੁਹਾਡਾ ਧਰਮ ਕਿਹੜਾ ਵਧੀਆ, ਤੁਹਾਡੇ ਵਾਲਾ ਜਾਂ ਸਾਡੇ ਵਾਲਾ? ਗੁਰੂ ਜੀ ਹੱਸ ਪਏ, ਮੁਸਕਰਾਏ, ਜਵਾਬ ਹੀ ਨਾ ਦਿੱਤਾ। ਜ਼ਰੂਰੀ ਥੋੜ੍ਹਾ ਕਿ ਮੂਰਖ ਦੀ ਹਰੇਕ ਗੱਲ ਦਾ ਜਵਾਬ ਦੇਣਾ ਹੋਵੇ, ਕਈ ਵਾਰ ਇਗਨੋਰ ਵੀ ਕਰਨਾ ਪੈਂਦਾ ਹੈ। ਛੱਡ ਖਹਿੜਾ, ਇਹਨੇ ਤਾਂ ਮਾਰੀ ਜਾਣੀ ਆਪਣੀਆਂ ਗੱਲਾਂ। ਪਰ ਜਦੋਂ ਵਾਰ-ਵਾਰ ਟਾਰਗੇਟ ਕਰੇ ਫਿਰ ਥੋੜ੍ਹਾ ਜਿਹਾ ਸਾਰਥਕ ਗੱਲ ਕਰ ਦੇਣੀ ਚਾਹੀਦੀ ਹੈ। ਉਹਨੇ ਫਿਰ ਗੁਰੂ ਜੀ ਨੂੰ ਆਖਿਆ, ਕਹਿੰਦਾ ਜੀ ਤੁਹਾਨੂੰ ਕਹਿ ਰਿਹਾ ਮੈਂ, ਤੁਸੀਂ ਦੱਸੋ ਧਰਮ ਤੁਹਾਡਾ ਚੰਗਾ ਜਾਂ ਸਾਡੇ ਵਾਲਾ ਚੰਗਾ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਦੂਜੀ ਤੀਜੀ ਵਾਰ ਉਹਨੇ ਆਖਿਆ ਨਾ, ਤੇ ਮਹਾਰਾਜ ਕਹਿੰਦੇ ਮੌਲਵੀ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਤੁਹਾਨੂੰ ਤੁਹਾਡਾ ਚੰਗਾ, ਸਾਨੂੰ ਸਾਡਾ ਚੰਗਾ। ਪਰ ਯਾਦ ਰੱਖੀ ਰੱਬ ਦੀ ਦਰਗਾਹ ਦੇ ਵਿੱਚ ਖੋਟੇ ਨਹੀਂ ਚੱਲਣੇ, ਉੱਥੇ ਖੋਟੇ ਖਰੇ ਪਰਖੀਏ ਨੂੰ, ਉੱਥੇ ਪਰਖੇ ਜਾਂਦੇ ਆ ਖੋਟੇ ਤੇ ਖਰੇ। ਉੱਥੇ ਇਹ ਨਹੀਂ ਦੇਖਿਆ ਜਾਂਦਾ ਤੇ ਬਹਾਦਰ ਸ਼ਾਹ ਦੀ ਮੋਹਰ ਲੱਗੀ ਹੈ ਜਾਂ ਕਿਸੇ ਹੋਰ ਰਾਜੇ ਦੀ, ਵੇਖਿਆ ਹੀ ਜਾਂਦਾ ਖੋਟਾ ਹੈ ਜਾਂ ਖਰਾ ਹੈ, ਮੋਹਰ ਲੱਗੀ ਵੀ ਹੋਵੇ। ਇਸ ਤਰੀਕੇ ਕੋਈ ਆਪਣੇ ਧਰਮ ਨੂੰ ਮੰਨਦਾ, ਸਾਨੂੰ ਕੀ ਹੈ? ਸਾਨੂੰ ਤੇ ਸਾਡੇ ਲਈ ਤੇ ਸਾਡਾ ਗੁਰੂ ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਮਹਾਰਾਜ ਕਹਿੰਦੇ ਇੰਦ ਵਰਸੈ ਧਰਤ ਸੁਹਾਵੀ, ਜਦੋਂ ਗੁਰੂ ਰੂਪੀ ਇੰਦਰ ਵਰਸਦਾ। ਇੰਦਰ ਰੂਪੀ ਗੁਰੂ ਨਹੀਂ, ਧਿਆਨ ਰੱਖਿਓ, ਗੁਰੂ ਰੂਪੀ ਇੰਦਰ। ਇਹ ਸ਼ਬਦਾਂ ਦਾ ਥੋੜ੍ਹਾ ਜਿਹਾ ਜੀ ਅਸੀਂ ਹੇਰ ਫੇਰ ਕਰ ਲਾਂਗੇ ਤੇ ਤੁਹਾਨੂੰ ਲੱਗੇਗਾ ਗਲਤ ਸ਼ਬਦ ਬੋਲ ਦਿੱਤੇ। ਗੁਰੂ ਰੂਪੀ ਇੰਦਰ, ਜਿਵੇਂ ਜਪਜੀ ਸਾਹਿਬ ਚਾਹੁੰਦਾ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਉੱਥੇ ਵੀ ਕਈ ਲੋਕ ਟਪਲਾ ਖਾ ਜਾਂਦੇ, ਕਹਿਣਗੇ ਜੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਈਸ਼ਰ ਨੂੰ ਗੁਰੂ ਆਖਿਆ। ਈਸ਼ਰ ਕੌਣ? ਵਿਸ਼ਨੂੰ। ਗੋਰਖ, ਗੋਰਖ ਨੂੰ ਗੁਰੂ ਆਖਿਆ, ਜਾਂ ਗੋਰਖ ਸ਼ਿਵ ਦਾ ਨਾਂ ਲੈ ਲਓ, ਜਾਂ ਬ੍ਰਹਮਾ ਦਾ ਨਾਂ, ਬ੍ਰਹਮਾ ਵੀ ਆਇਆ। ਜਾਣੀ ਇਸ ਪੰਕਤੀ 'ਚ ਗੁਰੂ ਜੀ ਨੇ ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ ਗੁਰ, ਬ੍ਰਹਮੇ ਨੂੰ ਗੁਰੂ ਆਖਿਆ। ਪਾਰਬਤੀ ਮਾਈ, ਪਾਰਬਤੀ ਮਾਇਆ, ਈ ਦੇ ਪਿੱਛੋਂ ਈਸ਼ਵਰੀ ਲੈ ਲੈਣਾ, ਅਣਪ੍ਰਤਿਹਾਰ ਹੋ ਜਾਂਦਾ। ਇਹ ਵਿਆਕਰਨਿਕ ਨਿਯਮ ਹੁੰਦੇ ਆ ਇਹ। ਅਤੇ ਈਸ਼ਵਰੀ ਇਹ ਤਿੰਨ ਦੇਵੀਆਂ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਦੀਆਂ, ਕੀ ਇਹਨਾਂ ਨੂੰ ਗੁਰੂ ਆਖਿਆ ਮਹਾਰਾਜ ਨੇ? ਨਾ। ਮਹਾਰਾਜ ਕਹਿੰਦੇ ਸਾਡਾ ਗੁਰੂ ਇਹ ਬ੍ਰਹਮਾ ਹੈ, ਸਾਡਾ ਗੁਰੂ ਇਹ ਈਸ਼ਵਰ ਹੈ, ਜਿਹੜੀ ਵਿਸ਼ਨੂੰ ਹੈ, ਸਾਡਾ ਗੁਰੂ ਇਹ ਸ਼ਿਵ ਹੈ,
ਸਾਡੇ ਲਈ ਸਾਡਾ ਗੁਰੂ ਹੈ ਪਾਰਵਤੀ, ਸਾਡੇ ਲਈ ਸਾਡਾ ਗੁਰੂ ਹੈ ਲక్ష్ਮੀ, ਸਾਡੇ ਲਈ ਸਾਡਾ ਗੁਰੂ ਹੈ ਈਸ਼ਵਰੀ, ਜਿਹੜੀ ਸਰਸਵਤੀ ਬ੍ਰਹਮੇ ਦੀ ਨਾਲ ਸੰਬੰਧਿਤ ਦੇਵੀ ਹੈ। ਸਾਡੇ ਲਈ ਸਾਡਾ ਗੁਰੂ ਇਹ ਸਭ ਕੁਝ ਹੈ। ਇਉਂ ਉਹਦੇ ਭਾਵ ਲੈਣੇ ਆ। ਇਉਂ ਹੀ ਲਿਖਿਆ ਹੋਇਆ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਇਸ ਲਈ ਇੱਥੇ ਵੀ ਮਹਾਰਾਜ ਕਹਿੰਦੇ ਨੇ, ਕਹਿੰਦੇ ਇੰਦ ਵਰਸੈ ਧਰਤ ਸੁਹਾਵੀ। ਜਦੋਂ ਇੰਦਰ ਵਰਸਦਾ ਹੈ, ਧਰਤ ਸੁਹਾਵੀ। ਵਾਰੀ ਅਲੰਕਾਰ ਜਿਹੜਾ ਆਪਾਂ ਲੈ ਰਹੇ ਦ੍ਰਿਸ਼ਟਾਂਤ, ਜਦੋਂ ਮੀਂਹ ਪੈਂਦਾ ਤੇ ਧਰਤੀ ਹਰੀ ਭਰੀ ਹੋ ਜਾਂਦੀ ਨਾ, ਜਿੱਥੇ ਜ਼ਮੀਨਾਂ ਸੁੱਕੀਆਂ ਰਹਿੰਦੀਆਂ, ਕਿਤੇ ਪੁੱਛੋ ਉਹਨਾਂ ਲੋਕਾਂ ਨੂੰ, ਉਹਨਾਂ ਦੇ ਲਈ ਮੀਂਹ ਪੈਂਦਾ ਜਦ, ਤੇ ਉਹ ਕਿੰਨੇ ਖੁਸ਼ ਹੁੰਦੇ ਆ। ਇੱਦਾਂ ਹੀ ਜਦੋਂ ਗੁਰੂ ਰੂਪੀ ਬੱਦਲ ਵਰਸਦਾ ਹੈ, ਕਿਰਪਾ ਰੂਪੀ ਮੀਂਹ ਪਾਉਂਦਾ ਹੈ, ਤੇ ਗੁਰਸਿੱਖ ਦੀ ਹਿਰਦੇ ਰੂਪੀ ਧਰਤੀ ਸ਼ੁਭ ਗੁਣਾਂ ਦੇ ਨਾਲ ਹਰੀ ਭਰੀ ਹੋ ਜਾਂਦੀ ਹੈ। ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ। ਘਟ ਘਟ ਜੋਤ ਸਮਾਣੀ। ਫਿਰ ਗੁਰੂ ਐਸੀ ਬਖਸ਼ਿਸ਼ ਕਰਦਾ ਹੈ ਗੁਰਸਿੱਖ ਦੇ ਉੱਤੇ ਕਿ ਉਸ ਗੁਰਸਿੱਖ ਨੂੰ ਐਸੀ ਦਿਵ ਦ੍ਰਿਸ਼ਟੀ ਮਿਲ ਜਾਂਦੀ, ਉਹਨੂੰ ਦਿਵ ਦ੍ਰਿਸ਼ਟੀ ਕਹਿ ਦਿੰਦੇ। ਸਾਡੀ ਜਿਹੜੀ ਦ੍ਰਿਸ਼ਟੀ ਹੈ ਭਰਮ ਦ੍ਰਿਸ਼ਟੀ ਹੈ, ਵਿਕਾਰ ਦ੍ਰਿਸ਼ਟੀ ਹੈ, ਪਰ ਗੁਰੂ ਜਦੋਂ ਬਖਸ਼ਦਾ ਫਿਰ ਦਿਵ ਦ੍ਰਿਸ਼ਟੀ। ਘਟ ਘਟ ਜੋਤ ਸਮਾਣੀ। ਫਿਰ ਹਰੇਕ ਹਿਰਦੇ 'ਚ ਜੋਤ ਦਿਸਦੀ ਹੈ। ਉਹ ਫਿਰ ਆ ਬਾਹਰੀ ਸਰੀਰਾਂ ਨਾਲ ਨਹੀਂ ਜੁੜਦਾ, ਬਾਹਰੀ ਚੰਮ ਨਾਲ ਨਹੀਂ ਜੁੜਦਾ, ਹੱਡ ਮਾਸ ਨਾੜੀਆਂ ਦੇ ਪਿੰਜਰੇ ਨਾਲ ਨਹੀਂ ਜੁੜਦਾ। ਉਸ ਪੰਛੀ ਨਾਲ ਉਹਦੀ ਸਾਂਝ ਹੁੰਦੀ, ਜੋ ਸਾਰੇ ਘੜਿਆਂ ਦੇ ਵਿੱਚ, ਜੋ ਜਿਵੇਂ ਸਹਿਸ ਘਟਾ ਮੈਂ ਏਕ ਆਕਾਸ਼ ਘਟ ਫੂਟੇ, ਤੇ ਉਹੀ ਪ੍ਰਕਾਸ਼ ਸਾਰੇ ਘੜਿਆਂ ਦੇ ਵਿੱਚ ਜਿਵੇਂ ਕੋਈ ਆਕਾਸ਼ ਹੈ। ਘੜੇ ਦੀ ਉਪਾਧੀ ਕਰਕੇ ਘਟਾ ਆਕਾਸ਼ ਹੋ ਗਿਆ। ਆਕਾਸ਼ ਕੋਈ ਆ, ਪਰ ਘੜੇ 'ਚ ਹੋਣ ਕਰਕੇ ਉਹਨੂੰ ਕਹਿ ਦਿੰਦੇ ਘੜੇ ਦਾ ਆਕਾਸ਼। ਕੋਠੇ 'ਚ ਹੈ ਤੇ ਕਹਿ ਦਿੰਦੇ ਮੱਠਾ ਆਕਾਸ਼, ਮੱਠ ਦਾ ਆਕਾਸ਼। ਹੈ ਕੋਈ। ਇਸ ਤਰੀਕੇ ਦੇ ਨਾਲ ਉਹ ਹੈ ਸਾਰਿਆਂ ਦੇ ਅੰਦਰ, ਪਰ ਹੁਣ ਜਿਹੜਾ ਘੜੇ ਨਾਲ ਜੁੜਿਆ ਹੋਇਆ ਉਹਨੂੰ ਘੜਾ ਹੀ ਦਿਖਦਾ, ਘੜੇ ਦੇ ਵਿਚਲਾ ਆਕਾਸ਼ ਦਿਖਦਾ ਹੈ, ਉਹ ਘੜਾ ਆਕਾਸ਼ ਕਹੇਗਾ, ਉਹਨੂੰ ਘਟਾ ਆਕਾਸ਼। ਪਰ ਜਿਹੜਾ ਗਿਆਨੀ ਹੈ, ਤੱਤਵ ਗਿਆਨੀ ਹੈ, ਬ੍ਰਹਮ ਗਿਆਨੀ ਹੈ, ਉਹਨੇ ਗਿਆਨ ਦੇ ਡੰਡੇ ਦੇ ਨਾਲ ਘੜੇ ਦੀ ਜਿਹੜੀ ਭ੍ਰਾਂਤੀ ਸੀ ਭੰਨ ਦਿੱਤੀ, ਔਰ ਅੰਦਰੋਂ ਕੇਵਲ ਆਕਾਸ਼ ਨਾਲ, ਨਿਰਗੁਣ ਨਾਲ ਉਹਦਾ ਸੰਬੰਧ ਪੈ ਗਿਆ। ਫਿਰ ਉਹ ਕਹਿੰਦਾ ਵੀ ਉਹ ਹੈ, ਇਹਦੇ ਅੰਦਰ ਉਹੀ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਜਿਹਦੀ ਤਾਕਤ ਕਰਕੇ, ਜਿਹਦੀ ਸਮਰੱਥਾ ਕਰਕੇ ਇਹ ਸਾਖਸ਼ੀ, ਜਿਹੜਾ ਜੀਵ ਸਾਖਸ਼ੀ ਅੰਤःਕਰਨ ਕਰਤਾ ਭੋਗਤਾ ਬਣਿਆ ਫਿਰਦਾ, ਉਹਦੀ ਉਹ ਚੇਤਨਾ ਕਰਕੇ ਹੈ। ਇਉਂ ਮਹਾਰਾਜ ਕਹਿ ਰਹੇ ਹਨ, ਕਹਿੰਦੇ ਹੇ ਭਾਈ ਗੁਰਮੁਖੋ, ਇਸ ਤਰੀਕੇ ਦੇ ਨਾਲ ਘਟ ਘਟ ਜੋਤ ਸਮਾਣੀ। ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਪ੍ਰਤੱਖ ਹੋ ਜਾਂਦੀ ਹੈ। ਕਾਲਰ ਬੀਜਸ ਦੁਰਮਤ ਐਸੀ ਨਿਗੁਰੇ ਕੀ ਨਿਸ਼ਾਨੀ। ਪਰ ਦੂਜਾ ਪੱਖ ਇਹ ਵੀ ਹੈ, ਕੋਈ ਨਿਗੁਰਾ ਬੰਦਾ ਕਹਿ ਸਕਦਾ ਮੈਨੂੰ ਨਹੀਂ ਦਿਸਦਾ। ਤੁਸੀਂ ਕਿਸ ਆਧਾਰ 'ਤੇ ਕਹਿ ਰਹੇ ਹੋ? ਤੁਸੀਂ ਕਿਵੇਂ ਕਹਿ ਰਹੇ ਹੋ ਕਿ ਘੱਟ ਘੱਟ ਜੋਤ ਸਮਾਈ ਹੋਈ ਹੈ? ਮੈਨੂੰ ਤਾਂ ਦਿਖਦੀ ਨਹੀਂ ਕਿਸੇ 'ਚ ਜੋਤ। ਮੈਨੂੰ ਤਾਂ ਉਹ ਬੰਦਾ ਉਸ ਦੇਸ਼ ਦਾ ਲੱਗਦਾ, ਉਹ ਬੰਦਾ ਉਸ ਦੇਸ਼ ਦਾ ਲੱਗਦਾ, ਉਹ ਬੰਦਾ ਉਸ ਰੰਗ ਦਾ ਲੱਗਦਾ, ਉਹ ਬੰਦਾ ਉਸ ਜਾਤੀ ਦਾ ਲੱਗਦਾ, ਉਹ ਵਰਨ ਦਾ ਲੱਗਦਾ। ਇਉਂ ਉੱਚੀਆਂ ਨੀਵੀਆਂ ਜਾਤਾਂ ਵਰਨਾਂ 'ਚ ਫਸਿਆ ਹੋਇਆ। ਪਰ ਮਹਾਰਾਜ ਕਹਿੰਦੇ ਫਰਕ ਇਹ ਹੈ, ਬੀਜ ਤੇ ਉਹ ਵੀ ਬੀਜ ਰਿਹਾ। ਉਹ ਕਹਿ ਸਕਦਾ ਵੀ ਤੁਸੀਂ ਕਹੀ ਜਾਂਦੇ ਹੋ ਬੀਜ ਬੀਜੋ, ਖੇਤੀ ਉਗਦੀ ਹੈ, ਸਭ ਕੁਝ ਹੁੰਦਾ, ਅਤੇ ਉਹ ਕਹੂਗਾ ਮੈਂ ਵੀ ਬੀਜ ਰਿਹਾ, ਮੈਨੂੰ ਤਾਂ ਹੋਇਆ ਨਹੀਂ। ਫਰਕ ਇਹ ਹੈ, ਉਹ ਜਿੱਥੇ ਬੀਜ ਰਿਹਾ ਉਹ ਜ਼ਮੀਨ ਕਲਰੀ ਹੈ, ਬੰਜਰ ਹੈ। ਬੰਜਰ 'ਚ ਬੀਜੀ ਜਾਂਦਾ, ਅਤੇ ਬੰਜਰ 'ਚ ਬੀਜੇਗਾ ਕੁਝ ਨਹੀਂ ਮਿਲਣਾ, ਕੁਛ ਨਹੀਂ ਉੱਗਣਾ ਬੰਜਰ ਜ਼ਮੀਨ 'ਚ। ਮਹਾਰਾਜ ਕਹਿੰਦੇ ਇੱਦਾਂ ਹੀ ਉਹਦਾ ਹਿਰਦਾ ਹੈ ਨਾ, ਜਿਹੜਾ ਹਿਰਦਾ ਗੁਰੂ ਦੇ ਭੈ ਤੋਂ ਬਿਨਾਂ, ਭਾਵਨਾ ਤੋਂ ਬਿਨਾਂ, ਨਾਮ ਤੋਂ ਬਿਨਾਂ, ਉਹਦਾ ਹਿਰਦਾ ਰੂਪੀ ਧਰਤੀ ਹੈ ਜਿਹੜਾ ਬੰਜਰ ਜ਼ਮੀਨ ਦੀ ਤਰ੍ਹਾਂ ਹੈ। ਅਤੇ ਉੱਥੇ ਫਿਰ ਹੈ ਕਿ ਦੁਰਮਤ ਦਾ ਹਲ ਚਲਾਈ ਜਾਂਦਾ। ਜੇ ਗੁਰਮਤ ਦਾ ਹਲ ਚਲਾਵੇ ਫਿਰ ਤਾਂ ਉਹਦੇ 'ਚ ਬੀਜ ਬੀਜਿਆ ਜਾਵੇ ਅਤੇ ਫਲ ਜਿਹੜਾ ਨਿਕਲੂਗਾ ਉਹ ਫਲ ਇਹ ਨਿਕਲਣਾ ਕਿ ਸਭੈ ਘਟ ਰਾਮ ਬੋਲਾ, ਉਹਨੂੰ ਪ੍ਰਤੱਖ ਦਿਖੇਗਾ।
ਪਰ ਉੱਥੇ ਦੁਰਮਤ ਦੇ ਹਲ ਦੇ ਨਾਲ ਹਿਰਦੇ ਰੂਪੀ ਬੰਜਰ ਜ਼ਮੀਨ ਨੂੰ ਬੋਈ ਜਾਂਦਾ ਹੈ ਅਤੇ ਨਿਕਲਣਾ ਉੱਥੋਂ ਕੀ ਆ? ਕੁਛ ਵੀ ਨਹੀਂ। ਦਾਣਾ ਵੀ ਜਿਹੜਾ ਸਿੱਟਦਾ ਉਹ ਦਾਣਾ ਵੀ ਉਹਦਾ ਬਿਰਥ ਚਲਾ ਜਾਏਗਾ। ਮਹਾਰਾਜ ਕਹਿੰਦੇ ਨਿਗੁਰੇ ਕੀ ਨਿਸ਼ਾਨੀ ਹੈ, ਨਿਗੁਰੇ ਬੰਦੇ ਦੀ ਨਿਸ਼ਾਨੀ ਹੈ। ਕਾਲਰ ਬੀਜਸ ਦੁਰਮਤ ਐਸੀ, ਖੋਟੀ ਮੱਤ ਐਸੀ ਹੈ ਕਿ ਜਿਵੇਂ ਕਲਰੀ ਧਰਤੀ 'ਚ ਕੋਈ ਬੀਜ ਪਾ ਰਿਹਾ ਹੋਵੇ। ਨਿਗੁਰੇ ਕੀ ਨਿਸ਼ਾਨੀ, ਨਿਗੁਰੇ ਬੰਦੇ ਦੀ ਨਿਸ਼ਾਨੀ ਹੈ। ਹੁਣ ਥੋੜ੍ਹਾ ਜਿਹਾ ਅੰਤਰੀਵ ਭਾਵ ਲੈ ਲਿਓ। ਜਦੋਂ ਕਿਤੇ ਸਮਝੋ ਕਿ ਕੁਝ ਅੱਗੇ ਵੱਧ ਨਹੀਂ ਰਹੇ, ਕੁਝ ਪ੍ਰਾਪਤੀ ਨਹੀਂ ਹੋ ਰਹੀ, ਅਤੇ ਕਿਤੇ ਨਾ ਕਿਤੇ ਇਹ ਜਾਣ ਲਿਓ ਵੀ ਦੁਰਮਤ ਦਾ ਅਸਰ ਹੈ ਸਾਡੇ 'ਤੇ। ਨਹੀਂ ਤਾਂ ਤੁਸੀਂ ਇਹ ਨਿਜਮੇ ਹੈ ਬਸ। ਮਹਾਰਾਜ ਕਹਿੰਦੇ ਤੁਸੀਂ ਧਰਤੀ ਚੰਗੀ 'ਚ ਬੀਜ ਬੀਜੋ, ਉਹ ਫਲੇਗਾ ਹੀ ਫੁੱਲੇਗਾ ਹੀ ਫੁੱਲੇਗਾ, ਜੋ ਮਰਜ਼ੀ ਕਰ ਲਓ। ਜਿੱਥੇ ਕਿਤੇ ਤੁਸੀਂ ਬੀਜ ਬੀਜੀ ਜਾ ਰਹੇ ਹੋ, ਤੁਸੀਂ ਕੰਮ ਕਰੀ ਜਾ ਰਹੇ ਹੋ ਅਤੇ ਉੱਗ ਨਹੀਂ ਰਿਹਾ, ਅਤੇ ਕਿਤੇ ਨਾ ਕਿਤੇ ਧਰਤੀ ਦੀ ਕਮੀ ਹੈ। ਫਿਰ ਇਸੇ ਤਰੀਕੇ ਤੁਸੀਂ ਕਹੋ ਜੀ ਮੈਂ ਸਭ ਕੁਝ ਕਰ ਰਿਹਾ, ਧਰਮ ਦੇ ਕੰਮ ਵੀ ਕਰ ਰਿਹਾ, ਮੈਂ ਜਿੰਨੇ ਵੀ ਕੰਮ ਨੇ ਉਹ ਕਰ ਰਿਹਾ, ਪਰ ਕੋਈ ਤਰੱਕੀ ਨਹੀਂ। ਅਤੇ ਇਹਦਾ ਮਤਲਬ ਕਿਤੇ ਨਾ ਕਿਤੇ ਦੁਰਮਤ ਦੀ ਪਾਨ ਚੜ੍ਹੀ ਹੋਈ ਹੈ। ਹਜੇ ਧਰਤੀ ਠੀਕ ਨਹੀਂ ਹੈ, ਹਜੇ ਹੋਰ ਕੰਮ ਹੋਣ ਵਾਲਾ। ਸਫਾਈ ਧਿਆਨ ਦੇਣਾ ਪਏਗਾ ਵੀ ਜਿਹੜੀ ਇਹ ਧਰਤੀ ਹੈ ਠੀਕ ਹੈ, ਕਿਤੇ ਗਲਤ ਪਾਸੇ ਤਾਂ ਨਹੀਂ ਲੱਗਿਆ। ਇਉਂ ਮਹਾਰਾਜ ਕਹਿੰਦੇ ਨਿਗੁਰੇਪਣੇ ਦੀ ਨਿਸ਼ਾਨੀ ਹੈ। ਆਪਣੇ ਅੰਦਰ ਵੇਖੋ, ਕਈ ਵਾਰੀ ਬੰਦਾ ਬਾਹਰੀ ਤੌਰ 'ਤੇ ਵਚਨਬੱਧਤਾ ਵੀ ਕਰ ਲੈਂਦਾ ਹੈ, ਕਈ ਵਾਰੀ ਬੰਦਾ ਬਾਹਰੀ ਤੌਰ 'ਤੇ ਪਰਨ ਵੀ ਕਰ ਲੈਂਦਾ ਵੀ ਮੈਂ ਅੱਜ ਤੋਂ ਗੁਰੂ ਵਾਲਾ ਹੋ ਗਿਆ ਜਾਂ ਬਣ ਗਿਆ, ਬਣ ਵੀ ਜਾਂਦਾ ਹੈ, ਸੰਸਕਾਰ ਵੀ ਕਰ ਲੈਂਦਾ ਹੈ ਬਾਹਰੀ ਤੌਰ 'ਤੇ, ਪਰ ਅੰਦਰੋਂ ਨਿਗੁਰਾ ਹੀ ਤੁਰਿਆ ਫਿਰੀ ਜਾਂਦਾ। ਫਿਰ ਵੀ ਪੂਰਨ ਤੌਰ 'ਤੇ ਸਮਰਪਣ ਨਹੀਂ ਹੋਇਆ ਹੁੰਦਾ ਕਿਤੇ ਨਾ ਕਿਤੇ। ਅਸੰਸ਼ਕਤੀ ਅਤੇ ਅਸੰਗ ਭਾਵਨਾ, ਜਿਹੜੀ ਵਿਪਰੀਤ ਭਾਵਨਾ, ਉਹ ਬਣੀ ਰਹਿੰਦੀ, ਜਿਹੜੀ ਅੰਦਰ ਸ਼ੰਕੇ ਬਣੇ ਹੀ ਰਹਿੰਦੇ ਆ। ਜਿਹੜੀਆਂ ਇਹ ਵੱਡੇ ਸ਼ੰਕੇ ਆ, ਇਹ ਬੰਦੇ ਦੇ ਅੰਦਰ ਬਣੇ ਹੀ ਰਹਿੰਦੇ ਆ, ਇਹ ਟੁੱਟਦੇ ਨਹੀਂ। ਉਹਦਾ ਕਾਰਨ ਹੁੰਦਾ ਵੀ ਹਜੇ ਪੂਰਨ ਸਮਰਪਣ ਨਹੀਂ, ਹਜੇ ਗੁਰ ਕੀ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਹਜੇ ਪਈ ਨਹੀਂ, ਹਜੇ ਅਸਲ ਤਰੀਕੇ ਨਾਲ ਜਿਸ ਨਾਲ ਬਾਣੀ ਨਾਲ ਜੁੜਨਾ ਸੀ ਉਹ ਹਜੇ ਜੁੜਿਆ ਨਹੀਂ। ਤਾਂ ਕਰਕੇ ਮਹਾਰਾਜ ਕਹਿੰਦੇ ਹਜੇ ਨਿਗੁਰੇਪਣੇ ਦੀ ਜੂਠ ਲੱਥੀ ਨਹੀਂ। ਲਾ ਲਾ ਫਿਰ ਹੋਰ ਜੁੜਿਆ ਰਹਿ, ਬਾਣੀ ਲਾ ਦੇਗੀ, ਬਾਣੀ ਲਾਉਂਦੀ ਹੈ। ਸਤਿਗੁਰ ਬਾਝੋ ਘੋਰ ਅੰਧਾਰਾ, ਕਹਿੰਦੇ ਗੁਰੂ ਤੋਂ ਬਿਨਾਂ ਘੋਰ ਹਨੇਰਾ ਹੈ। ਹਨੇਰਾ ਅਦੁਨਿਆਵੀ, ਘੋਰ ਹਨੇਰਾ ਉਹ ਜਿਹੜਾ ਅਗਿਆਨਤਾ ਦਾ ਹਨੇਰਾ, ਜਿਹੜਾ ਅੰਦਰ ਟਿਕਿਆ ਹੋਇਆ। ਉਹ ਹਨੇਰਾ ਬਾਹਰੀ ਹਨੇਰਾ ਜਿਹੜਾ, ਉਹ ਕੋਈ ਦੀਵਾ ਬਾਲ ਲਓ, ਬੱਤੀ ਬਾਲ ਲਓ, ਕੋਈ ਲਾਲਟਨ ਬਾਲ ਲਓ, ਉਹਦੇ ਨਾਲ ਚਲਾ ਜਾਂਦਾ ਹੈ। ਅੰਦਰਲੇ ਹਨੇਰੇ ਨੂੰ ਦੂਰ ਕਰਨ ਦੇ ਲਈ ਗੁਰੂ ਹੀ ਸਮਰੱਥ ਹੈ। ਗੁਰੂ ਤੋਂ ਬਿਨਾਂ ਹੋਰ ਅੰਦਰ ਸੁਰਤ ਦੇ ਮਨ ਦੇ ਵਿੱਚ ਛਾਏ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ। ਸਤਿਗੁਰ ਬਾਝੋ ਘੋਰ ਅੰਧਾਰਾ, ਡੂਬ ਮੋਏ ਬਿਨ ਪਾਣੀ। ਹੈ ਨਾ ਅਨੋਖੀ ਗੱਲ। ਕਹਿੰਦੇ ਜੀ ਗੁਰਬਾਣੀ 'ਚ ਤਾਂ ਦੁਨਿਆਵੀ ਗੱਲਾਂ ਨੇ, ਦੁਨਿਆਵੀ ਗੱਲਾਂ ਕਿੱਥੇ ਆ ਗਈਆਂ? ਦੁਨੀਆ ਦੇ ਵਿੱਚ ਕੋਈ ਬੰਦਾ ਪਾਣੀ ਤੋਂ ਬਿਨਾਂ ਡੁੱਬਦਾ? ਪਾਣੀ 'ਚ ਡੁੱਬਦੇ ਲੋਕ। ਪਰ ਮਹਾਰਾਜ ਕਹਿੰਦੇ ਇੱਥੇ ਇਹ ਗੱਲ ਹੋ ਗਈ, ਪਾਣੀ ਵੀ ਨਹੀਂ ਦਿਖਦਾ ਕੋਈ ਸਾਹਮਣੇ ਪ੍ਰਤੱਖ, ਫਿਰ ਪਾਣੀ ਤੋਂ ਬਿਨਾਂ ਡੁੱਬ ਗਿਆ। ਜਾਣੀ ਕਾਹਦਾ? ਮਹਾਰਾਜ ਕਹਿੰਦੇ ਪਦਾਰਥਾਂ ਦਾ, ਮਾਇਆ ਦਾ ਇਹ ਪਾਣੀ ਹੈ, ਅਪ੍ਰਤੱਖ ਪਾਣੀ ਨਹੀਂ ਉੱਥੇ ਦਿਖੂਗਾ ਤੁਹਾਨੂੰ। ਤੁਸੀਂ ਆਖੋਗੇ ਮਨਮੁਖ ਹੈ ਜਿਹੜਾ ਸਮੁੰਦਰ 'ਚ ਡੁੱਬੂਗਾ, ਕੀ ਪਤਾ ਸਾਰੀ ਜ਼ਿੰਦਗੀ ਸਮੁੰਦਰ 'ਚ ਹੀ ਨਾ ਜਾਵੇ, ਕੀ ਕਰੋ? ਪਾਣੀ ਦੇ ਨੇੜੇ ਦੀ ਵੀ ਨਾ ਲੰਘੇ। ਉਹ ਕਿਹੜੇ ਪਾਣੀ 'ਚ ਡੁੱਬੂਗਾ? ਪਦਾਰਥਾਂ ਦੇ ਪਾਣੀ 'ਚ ਡੁੱਬਦਾ, ਫਿਰ ਉਹ ਭੋਗਾਂ ਦੇ ਪਾਣੀ 'ਚ ਡੁੱਬਦਾ, ਉਹ ਵਿਸ਼ਿਆਂ ਦੇ ਪਾਣੀ 'ਚ ਡੁੱਬਦਾ ਹੈ। ਉਹ ਫਿਰ ਵਿਸ਼ੇ ਨੱਕਾ ਨੱਕ ਭਰੇ ਹੁੰਦੇ ਆ, ਉਹ ਇੰਨਾ ਡੁੱਬਦਾ ਹੱਥ ਵੀ ਬਾਹਰ ਨਹੀਂ ਨਿਕਲਦਾ ਉਹਦਾ। ਕਈ ਵਾਰ ਪਾਣੀ 'ਚ ਇੰਨਾ ਡੁੱਬ ਜਾਂਦਾ ਬੰਦਾ, ਹੱਥ ਵੀ ਬਾਹਰ ਨਹੀਂ ਨਿਕਲਦਾ, ਉੱਥੇ ਪਤਾ ਵੀ ਨਹੀਂ ਲੱਗਦਾ। ਇਸ ਤਰੀਕੇ ਮਹਾਰਾਜ ਕਹਿੰਦੇ ਹਨ ਭਾਈ, ਇਹ ਵੀ ਇੱਕ ਗੱਲ ਹੈ ਕਿ ਸਤਿਗੁਰ ਬਾਝੋ ਘੋਰ ਅੰਧਾਰਾ, ਡੂਬ ਮੋਏ ਬਿਨ ਪਾਣੀ। ਗੁਰੂ ਤੋਂ ਬਿਨਾਂ ਘੋਰ ਹਨੇਰੇ ਵਿੱਚ ਜਾ ਰਿਹਾ ਹੈ, ਅਤੇ ਬੰਦਾ ਪਾਣੀ ਤੋਂ ਬਿਨਾਂ ਡੁੱਬ ਜਾਏਗਾ। ਇਉਂ ਉਹਨੂੰ ਪਤਾ ਵੀ ਨਹੀਂ ਲੱਗਦਾ ਮੈਂ ਡੁੱਬ ਰਿਹਾ ਜਾਂ ਇੱਥੇ ਪਾਣੀ ਹੈ।
ਜਿਵੇਂ ਇੱਕ ਮਹਾਭਾਰਤ ਦੀ ਸਾਖੀ ਸੁਣੀ ਹੈ ਤੁਸੀਂ, ਉਹ ਦ੍ਰੋਪਦੀ ਐਸੀ ਚਿੱਤਰਕਾਰ ਸੀ ਕਮਾਲ ਦੀ, ਕੁਦਰਤ ਨੇ ਉਹਦੇ ਵਿੱਚ ਐਸਾ ਹੁਨਰ ਦਿੱਤਾ ਸੀ ਕਿ ਸੁੱਕੀਆਂ ਜਗ੍ਹਾ ਨੂੰ ਉਹ ਇਉਂ ਚਿੱਤਰਕਾਰੀ ਨਾਲ ਬਣਾ ਦਿੰਦੀ ਸੀ ਕਿ ਇੱਥੇ ਪਾਣੀ ਖੜ੍ਹਾ ਹੈ, ਅਤੇ ਜਿੱਥੇ ਪਾਣੀ ਖੜ੍ਹਾ ਹੁੰਦਾ ਇਹੋ ਜਿਹੇ ਰੰਗ ਭਰਦੀ ਸੀ, ਇਉਂ ਲੱਗਦਾ ਸੀ ਪੱਧਰੀ ਜ਼ਮੀਨ ਹੈ, ਪਤਾ ਹੀ ਨਹੀਂ ਸੀ ਲੱਗਦਾ। ਉਹ ਦੁਰਯੋਧਨ ਜਦ ਆਇਆ ਤੁਰਿਆ ਤੁਰਿਆ, ਜਿੱਥੇ ਸੁੱਕੀ ਸੀ ਉੱਥੇ ਉਹਨੇ ਆਪਣਾ ਬਸਤਰ ਉੱਤੇ ਚੁੱਕ ਲਿਆ ਵੀ ਪਾਣੀ ਹੈ, ਉਹਨੂੰ ਲੱਗਿਆ। ਪਰ ਜਦੋਂ ਅੱਗੇ ਦੇਖਿਆ ਵੀ ਰਸਤਾ ਹੀ ਹੈ ਤਾਂ ਬਿਲਕੁਲ ਆਲੇ ਦੁਆਲੇ ਬੂਟੇ ਲੱਗੇ ਹੋਏ ਆ, ਉਹਨੇ ਪਾਣੀ 'ਤੇ ਚਿੱਤਰਕਾਰੀ ਕੀਤੀ ਹੋਈ ਸੀ। ਐਸੀ ਕਮਾਲ ਸੀ ਨਾ। ਉਹ ਆਰਾਮ ਨਾਲ ਤੁਰਨ ਲੱਗਿਆ, ਅੱਗੇ ਪਾਣੀ ਸੀ, ਉਹ 'ਚ ਡਿੱਗਿਆ ਵਿੱਚ ਜਾ ਕੇ। ਉੱਤੇ ਖੜੀ ਖੜੀ ਨੇ ਫਿਰ ਕਹਿੰਦੀ ਲੈ ਅੰਨੇ ਦਾ ਅੰਨਾ, ਮੇਰੀ ਚਿੱਤਰਕਾਰੀ ਖਰਾਬ ਕਰਤੀ। ਉਹਦਾ ਪਿਓ ਅੰਨਾ ਸੀ। ਉੱਥੋਂ ਫਿਰ ਸਾਰਾ ਝੰਜਟ ਛਿੜਿਆ ਇਹਨਾਂ ਦਾ। ਉਹ ਕਹਿੰਦਾ ਮੈਨੂੰ ਤਾਂ ਅੰਨਾ ਕਿਹਾ ਮੇਰੇ ਪਿਓ ਨੂੰ ਵੀ ਕਿਹਾ, ਦਿਖਾਊਂ ਤੈਨੂੰ ਮੈਂ ਅੰਨਾ ਕਿਹਨੂੰ ਕਹਿੰਦੇ ਆ। ਫਿਰ ਉਹ ਸਾਰਾ ਰੌਲਾ ਪਿਆ। ਜਾਣੀ ਕਹਿਣ ਦਾ ਮਤਲਬ ਇੱਕ ਐਸੀ ਦੁਨਿਆਵੀ ਤੌਰ 'ਤੇ ਇੱਕ ਐਸੀ ਚਿੱਤਰਕਾਰ ਵੀ ਦੁਨੀਆ 'ਚ ਰਹੀ ਜੋ ਸਾਡੇ ਪੁਰਾਣੇ ਸਾਹਿਤ ਵਿੱਚ ਸ਼ਾਮਿਲ ਹੈ ਕਿ ਸੁੱਕੀ ਧਰਤੀ ਨੂੰ ਗਿੱਲੀ ਦਿਖਾ ਦਿੰਦੀ ਅਤੇ ਪਾਣੀ ਵਾਲੀ ਧਰਤੀ ਨੂੰ ਸੁੱਕੀ ਦਿਖਾ ਦਿੰਦੀ। ਇੱਦਾਂ ਹੀ ਇੱਕ ਸਾਡੇ ਅੰਦਰ ਵੀ ਦ੍ਰੋਪਦੀ ਬੈਠੀ ਹੈ, ਉਹਦਾ ਸਾਡੀ ਬੁੱਧ। ਉਹ ਇੰਨੀ ਤੇਜ਼ ਹੈ ਕਿ ਉਹ ਸਾਨੂੰ ਜੋ ਅਸਲੀਅਤ ਹੈ ਉਹਦਾ ਦਰਸ਼ਨ ਹੋਣੇ ਨਹੀਂ ਦੇ ਰਹੇ। ਉਹਦੇ ਉੱਤੇ ਆਵਰਣ ਦਾ ਉਹਦੇ ਉੱਤੇ ਆਵਰਣ ਹੈ ਮਾਇਆ ਸਖਤ ਹੈ, ਮਾਇਆ ਦਾ ਪੜਦਾ ਪਿਆ। ਮਾਇਆ ਨਾਲ ਜੁੜੀ ਹੋਣ ਕਰਕੇ ਉਹ ਦੱਸਦੀ ਉਹ ਨਹੀਂ ਵੀ ਇਹ ਪਾਣੀ ਹੈ ਪਦਾਰਥਾਂ ਦਾ। ਉੱਥੇ ਤਾਂ ਦੁਰਯੋਧਨ ਨੂੰ ਡਿੱਗ ਕੇ ਪਤਾ ਲੱਗ ਗਿਆ ਸੀ ਪਾਣੀ 'ਚ। ਇਹ ਐਸਾ ਸੁਪਨਾ ਦਿੱਤਾ, ਐਸਾ ਹੂੰਟਾ ਦਿੱਤਾ, ਐਸਾ ਝੂਟਾ ਦਿੱਤਾ, ਬਹੁਤ ਸਾਰੀ ਜ਼ਿੰਦਗੀ ਲੰਘ ਗਈ, ਨੀਂਦ ਟੁੱਟੀ ਹੋਣੀ, ਪਾਣੀ 'ਚ ਡੁੱਬ ਗਿਆ। ਮਹਾਰਾਜ ਕਹਿੰਦੇ ਇਉਂ ਪਦਾਰਥਾਂ ਰੂਪੀ ਪਾਣੀ ਵਿੱਚ, ਪ੍ਰਤੱਖ ਪਾਣੀ ਨਹੀਂ, ਪਦਾਰਥਾਂ ਦੇ ਪਾਣੀ ਵਿੱਚ ਗੁਰੂ ਤੋਂ ਬਿਨਾਂ ਬੰਦਾ ਡੁੱਬ ਜਾਂਦਾ। ਪਦਾਰਥ ਉਹਨੂੰ ਚੰਗੇ ਲੱਗਦੇ ਆ। ਅਤੇ ਮਹਾਰਾਜ ਕਹਿੰਦੇ ਹਨ, ਕਹਿੰਦੇ ਇਹ ਸਤਿਗੁਰ ਬਾਝੋ ਘੋਰ ਅੰਧਾਰਾ, ਗੁਰੂ ਤੋਂ ਬਿਨਾਂ ਘੋਰ ਹਨੇਰਾ ਹੈ ਭਾਈ। ਇਹ ਜਾਣ ਲਿਓ। ਜੋ ਕਿਛ ਕੀਨੋ ਸੋ ਪ੍ਰਭੂ ਰਜਾਏ। ਗੁਰੂ ਕੇ ਸਿੱਖੋ, ਗੁਰੂ ਕੇ ਸਿੱਖ ਨੇ ਜੋ ਵੀ ਕੁਝ ਕਰਨਾ ਪ੍ਰਭੂ ਦੀ ਰਜ਼ਾ 'ਚ ਕਰਨਾ। ਉਹਦੀ ਰਜ਼ਾ ਤੋਂ ਬਾਹਰ ਨਹੀਂ ਚੱਲਦਾ ਗੁਰਸਿੱਖ। ਪ੍ਰਭੂ ਦੀ ਰਜ਼ਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਭੂ ਦੀ ਰਜ਼ਾ ਹੀ ਹੈ ਬਸ। ਕਿਉਂ ਲਿਖਿਆ ਗੁਰੂ ਜੀ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਗੁਰੂ ਕੇ ਸਿੱਖ ਨੇ ਜੋ ਕੁਝ ਵੀ ਕਰਨਾ ਉਹ ਪ੍ਰਭੂ ਦੀ ਰਜ਼ਾ ਵਿੱਚ ਹੀ ਕਰਨਾ। ਔਰ ਜੋ ਕੁਛ ਕੀਨੋ, ਜੋ ਕੁਝ ਵੀ ਕੀਨੋ ਕੀਤਾ ਹੋਇਆ ਪਸਾਰਾ ਹੈ, ਜੋ ਕੁਝ ਵੀ ਹੈ ਇਹ ਪ੍ਰਭੂ ਦੀ ਰਜ਼ਾ ਵਿੱਚ ਹੋਇਆ। ਜੋ ਧੁਰ ਲਿਖਿਆ ਸੋ ਮਿਟਣਾ ਨਾ ਜਾਏ। ਜੋ ਮੱਥੇ ਦੇ ਲੇਖ ਚੁੱਕੀ ਫਿਰਦਾ ਹੈ ਮਿਟਣੇ ਨਹੀਂ। ਇੱਦਾਂ ਕਿਉਂ ਚੁੱਕੀ ਕੀ ਫਿਰਦਾ? ਆਪਣੇ ਕੀਤੇ ਕਰਮਾਂ ਦੇ ਸੰਸਕਾਰ ਨਾਲ ਨਹੀਂ ਫਿਰਦਾ। ਮਾੜੇ ਕੰਮ ਕਰ ਕਰਕੇ ਮਾੜੇ ਸੰਸਕਾਰ ਮਸਤਕ ਸੁਰਤ ਵਿੱਚ ਵਸੇ ਹੋਏ ਆ। ਔਰ ਚੰਗੇ ਕੰਮ ਕਰੇਗਾ, ਸਤਸੰਗਤ ਕਰੇਗਾ, ਚੰਗੇ ਸੰਸਕਾਰ ਹੈ। ਫਿਰ ਉਹ ਸੰਸਕਾਰਾਂ ਦੇ ਤਹਿਤ ਉੱਧਰ ਨੂੰ ਫਿਰ ਜੀਵਨ ਦੀ ਰੌਂ ਬਣੀ ਜਾਂਦੀ ਬੰਦੇ ਦੀ। ਜਿਵੇਂ ਪਾਣੀ ਇੱਕ ਵਾਰ ਕਿਤੋਂ ਦੀ ਲੰਘ ਜੇ ਨਾ, ਫਿਰ ਵੀ ਸੁੱਕ ਜਾਏ ਭਾਵੇਂ, ਫਿਰ ਵੀ ਉਹਦੀਆਂ ਤਰੇੜਾਂ ਪਈਆਂ ਰਹਿੰਦੀਆਂ ਨੇ ਉਹਦੀ ਲੰਘੇ ਪਾਣੀ ਦੀਆਂ ਨਿਸ਼ਾਨੀਆਂ। ਬੰਦਾ ਕੋਈ ਕਰਮ ਇੱਕ ਵਾਰ ਕਰ ਲਏ ਅਤੇ ਉੱਧਰ ਨੂੰ ਬੰਦੇ ਦੀ ਸੁਰਤ ਬਣਦੀ। 2 ਵਾਰ ਕਰ ਲਏ, 4 ਵਾਰ ਫਿਰ ਉੱਧਰ ਨੂੰ ਤਾਂ ਤਦੇ ਸਾਡੇ ਪੁਰਾਤਨ ਸਾਹਿਤ ਨੂੰ ਜਦੋਂ ਪੜ੍ਹਦੇ ਅਤੇ ਇੱਕ ਮਨੋਵਿਗਿਆਨੀਆਂ ਦਾ ਇਹ ਮੰਨਣਾ ਕਿ ਕੋਈ ਬੰਦਾ ਇੱਕ ਕੰਮ ਨੂੰ 40 ਦਿਨ ਲਗਾਤਾਰ ਕਰ ਲਏ ਅਤੇ ਹੋ ਸਕਦਾ ਉਹਦੀ ਪੁਰਾਣੀ ਆਦਤ ਟੁੱਟ ਜੇ, ਨਵੀਂ ਬਣ ਜਾਏ। ਤਾਂ ਕਰਕੇ ਕਈ ਥਾਈਂ ਇਹ ਕਿਹਾ ਜਾਂਦਾ ਲੈ 40 ਦਿਨ ਸੁਖਮਨੀ ਸਾਹਿਬ ਦਾ ਪਾਠ ਕਰ ਲੈ, ਸਵਾ ਮਹੀਨਾ ਇਸ਼ਨਾਨ ਕਰ ਲੈ, ਆਹ ਕਰ ਲੈ, ਵਾਹ ਕਰ, ਪਾਠ ਕਰ ਲੈ। ਉਹਦਾ ਇੱਕ ਤਰੀਕਾ ਇਹ ਹੁੰਦਾ ਕਿ ਉਹਦੀ ਮਾੜੀ ਆਦਤ ਛੁੱਟ ਜਾਏ। ਉਂਝ ਤੇ ਨਹੀਂ, ਮਾੜੀ ਆਦਤ ਛੱਡਣੀ ਹੈ, ਚੰਗੇ ਕੰਮ ਵਾਲੇ ਪਾਸੇ ਲੱਗਣਾ। ਇਸ ਤਰੀਕੇ ਜਿਹੜਾ ਸੰਸਕਾਰ, ਪਰ ਦੇਖੋ ਜਿਹੜੇ ਕੰਮ ਅਸੀਂ ਜਨਮਾਂ ਤੋਂ ਕਰਦੇ ਆ ਰਹੇ ਹਾਂ, ਕਿਵੇਂ ਅੰਦਰ ਉਹਦੀਆਂ ਤਰੇੜਾਂ ਪਈਆਂ ਹੋਣੀਆਂ। ਫਿਰ ਉਹੀ ਸੰਸਕਾਰਾਂ ਦੇ ਤਹਿਤ ਸੁਰਤ ਵਿੱਚ ਸਾਰੇ ਆ ਪਿੱਛੇ, ਕੋਈ ਗੁਪਤ ਰੂਪ ਵਿੱਚ ਹੈ, ਕੋਈ ਸਾਹਮਣੇ ਹੈ, ਪ੍ਰਗਟ ਰੂਪ ਵਿੱਚ ਹੈ।
ਉਹ ਸੰਸਕਾਰ ਚੁੱਕੀ ਫਿਰਦੇ ਹਨ ਅਤੇ ਜਦੋਂ ਕਿਤੇ ਜਾਂਦੇ ਹਾਂ ਤਾਂ ਉਹਨਾਂ ਦੇ ਤਹਿਤ ਮਾੜਾ ਬੋਲਣਾ, ਮਾੜਾ ਦੇਖਣਾ, ਮਾੜਾ ਸੁਣਨਾ, ਮਾੜਾ ਸੋਚਣਾ, ਇਹ ਚੀਜ਼ਾਂ ਚੁੱਕੀ ਫਿਰਦੇ ਹਾਂ। ਮਹਾਰਾਜ ਕਹਿੰਦੇ ਫਿਰ ਜੋ ਧੁਰ ਲਿਖਿਆ ਸੋ ਮਿਟਣਾ ਨਾ ਜਾਏ, ਇੱਦਾਂ ਨਹੀਂ ਮਿਟਣਾ। ਉਹ ਗੁਰੂ ਤਾਂ ਕਿਰਪਾ ਕਰੇ ਵਿਚਾਲੇ ਮੋਹਰ ਮਾਰ ਕੇ ਲੈਣ ਵਾਹ ਦੇਵੇ ਵੱਖਰੀ, ਵੀ ਹੁਣ ਪਾਣੀ ਇੱਧਰ ਦੀ ਨਹੀਂ ਵਹਿਣਾ, ਹੁਣ ਇੱਧਰ ਦੀ ਵਹੂਗਾ। ਗੁਰੂ 'ਚ ਤਾਕਤ ਹੈ, ਪਰ ਜੇ ਗੁਰੂ ਨਹੀਂ ਕੀਤਾ ਤਾਂ ਜੋ ਲਿਖਵਾਈ ਫਿਰਦਾ, ਜੋ ਚੰਗੇ ਮਾੜੇ ਬੀਜੇ ਆ ਵੱਢਣੇ ਪੈਣਗੇ, ਮੇਟ ਨਹੀਂ ਸਕਦਾ। ਹੁਕਮੇ ਵਾਧਾ ਕਾਰ ਕਮਾਏ, ਹੁਕਮ ਵਿੱਚ ਫਿਰ ਕੰਮ ਕਰੇਗਾ। ਲਾ ਹੈ ਉਹਦਾ ਹੁਕਮ, ਯਾਨੀ ਉਹਦਾ ਲਾ, ਉਹਦਾ ਨਿਯਮ, ਉਹਦਾ ਨੇਮ, ਉਹਦੇ ਅਨੁਸਾਰ ਫਿਰ ਕੰਮ ਜੋ ਹੋ ਰਿਹਾ, ਮਾੜੇ ਦਾ ਮਾੜਾ ਫਲ, ਚੰਗੇ ਦਾ ਚੰਗਾ ਫਲ, ਕੰਮ ਕਰੀ ਜਾਏਗਾ। ਏਕ ਸ਼ਬਦ ਰਾਚੈ ਸੱਚ ਸਮਾਏ, ਇੱਕ ਸ਼ਬਦ ਵਿੱਚ ਅਗਰ ਤੂੰ ਰਚ ਜਾਏ, ਨਾਮ ਨਾਲ ਜੁੜ ਜਾਏ, ਤਾਂ ਸੱਚ ਵਿੱਚ ਤੂੰ ਸਮਾ ਸਕਦਾ ਪ੍ਰੇਮੀਆਂ। ਨਹੀਂ ਔਖਾ ਹੈ, ਇੱਕ ਸ਼ਬਦ ਹੀ ਹੈ ਗੁਰੂ ਦਾ, ਏਕ ਸ਼ਬਦ ਰਾਚੈ। ਬਸ ਅਗਰ ਤੂੰ ਇੱਕ ਗੁਰੂ ਦੇ ਸ਼ਬਦ ਨਾਲ ਜੁੜ ਜਾਏ, ਕਹਿੰਦੇ ਸੱਚ ਸਮਾਏ, ਤਾਂ ਸੱਚ ਨਾਲ ਸਮਾ ਸਕਦਾ। ਨਹੀਂ ਤੇ ਤੇਰੇ ਮਸਤਕ ਦੇ ਕਰਮਾਂ ਨੇ ਤੈਨੂੰ ਬਦਲ ਨਹੀਂ ਜੇ ਦੇਣਾ, ਜਨਮਾਂ ਜਨਮਾਂ ਦੇ। ਉਹ ਆਪਣੇ ਇੰਨੀ ਤੇਜ਼ ਵਹਾਅ ਹੈ ਉਸ ਵਗਦੇ ਦਰਿਆ ਦਾ ਕਿ ਤੇਰੇ ਹੱਥ ਉਹਨੇ ਲੱਗਣ ਨਹੀਂ ਦੇਣੇ। ਇਸ ਕਰਕੇ ਚੌਹਦਿਸ ਹੁਕਮ ਵਰਤੈ ਪ੍ਰਭ ਤੇਰਾ, ਚੌਹਦਿਸ ਨਾਮ ਪਤਾਲੰ। ਹੇ ਵਾਹਿਗੁਰੂ, ਤੇਰਾ ਹੁਕਮ ਚਾਰੇ ਪਾਸੇ ਵਰਤ ਰਿਹਾ ਹੈ, ਚਾਰੇ ਪਾਸੇ ਤੇਰਾ ਨਾਮ ਵਰਤ ਰਿਹਾ ਹੈ, ਚਾਰੇ ਦਿਸ਼ਾਵਾਂ ਵਿੱਚ, ਪਤਾਲਾਂ ਵਿੱਚ ਤੇਰੇ ਨਾਮ ਦੀ ਸਮਰੱਥਾ ਹੈ। ਸਭ ਮੈਂ ਸ਼ਬਦ ਵਰਤੈ ਪ੍ਰਭ ਸਾਚਾ, ਕਰਮ ਮਿਲੈ ਬਯਾਲੰ। ਸਾਰਿਆਂ ਦੇ ਵਿੱਚ ਤੇਰਾ ਸ਼ਬਦ, ਤੇਰੀ ਜੀਵਨ ਰੌਂ, ਤੇਰਾ ਹੁਕਮ, ਤੇਰਾ ਨਾਮ ਵਰਤ ਰਿਹਾ ਹੈ। ਹੇ ਵਾਹਿਗੁਰੂ, ਸਭ ਮੈਂ ਸ਼ਬਦ ਵਰਤੈ ਪ੍ਰਭ ਸਾਚਾ, ਕਰਮ ਮਿਲੈ ਬਯਾਲੰ। ਜਦੋਂ ਕਰਮ ਤੂੰ ਬਖਸ਼ਿਸ਼ ਕਰਦਾ ਅਤੇ ਬਯਾਲੰ ਅਵਿਨਾਸ਼ੀ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾਮਣ ਮਰਣਾ ਦੀਸੈ ਸਿਰ ਊਬਉ, ਖੁਦਿਆ ਨਿੰਦਰਾ ਕਾਲੰ। ਉਹ ਤੋਂ ਬਿਨਾਂ ਤੇ ਜੰਮਣਾ ਮਰਨਾ ਸਿਰ 'ਤੇ ਖੜ੍ਹਾ। ਬਸ ਜੰਮ ਗਏ ਮਰ ਗਏ, ਜੰਮ ਗਏ ਮਰ ਗਏ, ਜਨਮ ਲੈ ਲਿਆ, ਮੌਤ ਆਈ ਖੜ੍ਹੀ ਸਿਰ 'ਤੇ। ਮਰ ਗਏ ਅਤੇ ਕਿਹੜਾ ਛੁਟਕਾਰਾ, ਫਿਰ ਜਨਮ ਲੈ ਲਿਆ। ਕਈ ਬੰਦੇ ਸੋਚਦੇ ਲੈ ਮਰ ਜਾਂਦੇ, ਕਈ ਬੰਦੇ ਇੰਨੇ ਦੁਖੀ ਹੁੰਦੇ ਕਿ ਆਤਮ ਹੱਤਿਆ ਤੱਕ ਕਰ ਲੈਂਦੇ। ਛੁਟਕਾਰਾ ਹੋ ਗਿਆ ਕਿਤੇ ਮਰ ਕੇ, ਇੱਦਾਂ ਨਹੀਂ ਹੋਣਾ। ਫਿਰ ਜੀਵਨ ਮਿਲੇਗਾ। ਜਿਹੜੇ ਕਰਮ ਕੀਤੇ ਨਾਲੇ ਲੈ ਕੇ ਗਿਆ ਉੱਤੇ ਨਾ, ਉਹ ਤੇ ਨਹੀਂ ਕਿਤੇ ਇੱਥੇ ਛੱਡ ਗਿਆ ਵੀ ਪੋਟਲੀ 'ਚ ਪੈਸੇ ਛੱਡ ਗਿਆ, ਕਰਮ ਇੱਥੇ ਰਹਿ ਗਏ, ਉਹ ਤੇ ਨਾਲ ਜਾਣਗੇ, ਉਹ ਤੇ ਲੈ ਕੇ ਗਿਆ। ਮਹਾਰਾਜ ਕਹਿੰਦੇ ਜਾਮਣ ਮਰਨਾ ਦੀਸੈ ਸਿਰ ਊਬਉ। ਊਬਉ ਦਾ ਅਰਥ ਹੈ ਦੋਵੇਂ ਹੀ ਖੜ੍ਹੇ। ਮਹਾਰਾਜ ਕਹਿੰਦੇ ਦੋਵੇਂ ਹੀ ਸਿਰ 'ਤੇ ਖੜ੍ਹੇ ਦਿਸਦੇ ਹਨ। ਖੁਦਿਆ ਨਿੰਦਰਾ ਕਾਲੰ, ਅਤੇ ਭੁੱਖਿਆ ਮਾਇਆ ਦੀ ਭੁੱਖ, ਨਿੰਦਰਾ ਅਗਿਆਨਤਾ ਦੀ ਨਿੰਦਰਾ, ਅਤੇ ਕਾਲ ਤੇਰੇ ਸਿਰ 'ਤੇ ਖੜ੍ਹੇ ਹੈ। ਇਹ ਤੇ ਨਾਲ ਹੀ ਲੈ ਗਿਆ। ਨਾਨਕ ਨਾਮ ਮਿਲੈ ਮਨ ਭਾਵੈ, ਸਾਚੀ ਨਦਰ ਰਸਾਲੰ। ਆਖਰੀ ਪੰਕਤੀ 'ਚ ਕਹਿੰਦੇ ਨਾਨਕ ਨਾਮ ਮਿਲੈ ਮਨ ਭਾਵੈ, ਨਾਮ ਮਿਲ ਜਾਏ, ਮਨ ਨੂੰ ਭਾ ਜਾਏ ਪਰਮਾਤਮਾ ਦਾ ਨਾਮ, ਅਤੇ ਫਿਰ ਸਾਚੀ ਨਦਰ ਰਸਾਲੰ। ਰਸਾਂ ਦੇ ਘਰ ਵਾਹਿਗੁਰੂ ਦਿਆਲੂ ਪਰਮਾਤਮਾ ਦੀ ਸੱਚੀ ਨਦਰ ਜੀਵ 'ਤੇ ਹੁੰਦੀ ਹੈ। ਜਦੋਂ ਜੀਵ ਦੇ ਮਨ ਨੂੰ ਨਾਮ ਭਾ ਜਾਏ, ਔਰ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਦੇ ਮਨ ਨੂੰ ਜੀਵ ਭਾ ਜਾਏ, ਅਤੇ ਫਿਰ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ, ਗੁਰੂ ਦ੍ਰਿਸ਼ਟੀ ਕਰਦਾ, ਅਤੇ ਉਹਦੇ ਨਾਲ ਫਿਰ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਜੀ ਨੇ ਸ਼ਬਦ ਅੰਦਰ ਬਖਸ਼ਿਸ਼ ਕੀਤੀ। ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ, ਸਮੂਹ ਸਾਧ ਸੰਗਤ ਦਾ ਧੰਨਵਾਦ ਜੀ। ਜਾਮਣ ਮਰਨਾ ਦੀਸੈ ਸਿਰ ਊਬਉ, ਖੁਦਿਆ ਤ੍ਰਿਸ਼ਨਾ, ਖੁਦਿਆ ਨਿੰਦਰਾ ਕਾਲੰ। ਜਾਮਣ ਮਰਨਾ ਦੀਸੈ ਸਿਰ ਊਬਉ, ਖੁਦਿਆ ਨਿੰਦਰਾ ਕਾਲੰ। ਨਾਨਕ ਨਾਮ ਮਿਲੈ ਮਨ ਭਾਵੈ, ਸਾਚੀ ਨਦਰ ਰਸਾਲੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।